ਵਾਹਿਗੁਰੂ ਸਾਹਿਬ ਜੀ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਤੂੰ ਚੋ ਸੱਜਣ ਮਹਿੰਡਿਆ ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ। ਸਹਸ ਮੂਰਤ ਨੰਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ।
कृपा जल दे नानक सारंग को, होए जाते तेरे नाए वासा। वाहिगुरु जी का खालसा, वाहिगुरु जी की फतेह। अज दा कथा दा विचार अधीन पावन शब्द सोहिला साहिब जी की पवित्र बाणी का तीसरा शब्द जो धन गुरु नानक साहिब महाराज जी के मुखारबिंद तो उचारण किया होया गुरु ग्रंथ साहिब महाराज जी के पावन अंग 13 उपर सुभाएमान है। तिस पावन शब्द की विचार श्रवण करा रहे हैं सिंह साहब ज्ञानी गुरबचन सिंह जी, श्री अकाल तख्त साहिब जी के साबका जथेदार साहब, सेवा दे पुंज बाबा बचन सिंह जी वालों वख-वख गुरु धामां की सेवा चल रही है। दसां नूहां की किरत कमाई विचों टोकरी विच माया पा माया दर सफली करो। गुरुद्वारा बंगला साहिब जी की हरियावल के कारज बाबा हरनाम सिंह जी धुम्मा मुखी दमदमी टकसाल करवा रहे हैं। तिस विच भी अपना योगदान पा के गुरु घर की हरियावल के कारजां विच सहयोग करो। घरां विच अपने बच्चों विच मुखड़े च ऊड़ा पाउण लई ते सिर ते जूड़ा सांभण वास्ते माता पिता इस मुढ़ली योगदान नूं अपने घरां तो निर्वाह करन ताकि बच्चों के मुख विच ऊड़ा सिर ते जूड़ा बरकरार रह सके। इस नवेकली सोच दे धारनी होइए ताकि बच्चे गुरमुखी सिख के सतगुरु की पवित्र बाणी का पाठ कर सकन। आओ अगले समय लई साहिबां की पवित्र बाणी की विचार श्रवण करिए जी। वाहिगुरु जी का खालसा, वाहिगुरु जी की फतेह। गुरु तेरे कवन कवन गुण कह कह गावा, तू साहिब गुणी निधाना। तुमरी महिमा बरन ना साकों, तू ठाकुर ऊच भगवाना। जेहवा एक कवन गुण कहिए, बेशुमार बेअंत स्वामी। तेरो अंत न किन्हीं लहिए, मत सुमत तेरे वस स्वामी। हम जंत तू पुरख जंतैनी, जन नानक के प्रभ करते स्वामी। ज्यों पावै तिवें बुलैनी, जन नानक के प्रभ करते स्वामी। ज्यों पावै तिवें बुलैनी। राग तनासरी महला पहला।
ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ ਜੋਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਕਿਰਪਾ ਨਿਦਾਨ ਭਗਤ ਵਤਸਲ, ਜੋਤੀ ਸਵਰੂਪ ਸਰਬ ਸ਼ਕਤੀਮਾਨ ਮੁਕਤੀ ਦਾਤੇ, ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸੱਜ ਬੈਠੀ ਗੁਰੂ ਕੇ ਸਾਜੀ ਨਿਵਾਜੀ ਗੁਰੂ ਕਾ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੀਵਨ ਨੂੰ ਸਫਲਾਉਣ ਦੇ ਲਈ, ਮਨੁੱਖਾ ਜੀਵਨ ਦੇ ਕਦਰੇ ਕੀਮਤ ਨੂੰ ਸਮਝਦਿਆਂ ਹੋਇਆਂ ਗੁਰੂ ਆਸ਼ੇ ਦੇ ਅਨੁਸਾਰ ਜੀਵਨ ਜਿਉਣ ਦੇ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਕੇ ਹਜ਼ੂਰੀ ਕੀਰਤਨੀਆਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਜੋ ਗੁਰਦੇਵ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰਹਿਮਤ ਕਰਕੇ ਤੁਰਠ ਕੇ ਲੜੀਵਾਰ ਪਾਵਨ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਉਸ ਦੇ ਮੂਲ ਰੂਪ ਦੇ ਵਿੱਚ ਪਾਠ ਸਰਵਣ ਕੀਤੇ ਨੇ। ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਸੱਜ ਬੈਠੀ ਗੁਰੂ ਕੀ ਸੁੰਦਰ ਸਰੂਪ ਰਾਸਾਤ ਸੰਗਤ ਜੀ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰ ਲਈਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰੂ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਆਮਦੋ ਗੋਬਿੰਦ ਰੂਪ ਪਰਮਾਤਮਾ ਦੇ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਸਾਉਣ ਸਮੇਂ ਜੋ ਗੁਰਦੇਵ ਪਾਤਸ਼ਾਹ ਨੇ ਨਿਤਨੇਮ ਦੀ ਬਾਣੀ ਬਖਸ਼ਿਸ਼ ਕੀਤੀ ਸੋਹਲੇ ਜੀ ਦੀ, ਉਸ ਦੀ ਆਪ ਜੀ ਨੇ ਉਥਾਨਕਾ ਵਿਆਖਿਆ ਪਹਿਲੇ ਸਰਵਣ ਕੀਤੀ ਹੈ। ਜੋ ਵਿਦਵਾਨਾਂ ਨੇ ਇਹ ਕਥਨ ਕੀਤਾ ਹੈ ਕਿ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥਪੁਰੀ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ,
ਸਾਂਝੀ ਸਗਲ ਜਹਾਨੇ। ਗੁਰਦੇਵ ਪਾਤਸ਼ਾਹ ਭੁੱਲੇ ਭਟਕੇ ਜੀਵਾਂ ਨੂੰ ਤਾਰਨ ਦੇ ਲਈ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਨੇ, ਜੋ ਸਾਡੇ ਸਾਰਿਆਂ ਦੇ ਵਾਸਤੇ ਉਪਦੇਸ਼ਕ ਹੋਇਆ ਕਰਦੇ ਨੇ। ਕਿਉਂਕਿ ਗੁਰਬਾਣੀ ਤਿੰਨਾਂ ਕਾਲਾਂ ਵਿੱਚ ਹੀ ਸਾਨੂੰ ਅਗਵਾਈ ਉਪਦੇਸ਼ ਬਖਸ਼ਿਸ਼ ਕਰਦੀ ਹੈ। ਔਰ ਜਗਨਨਾਥਪੁਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ 1566 ਵਿੱਚ ਗਏ ਨੇ। ਦਾਸ ਨੇ ਦਰਸ਼ਨ ਕੀਤੇ ਨੇ। ਔਰ ਜਗਨਨਾਥਪੁਰੀ ਦੇ ਇਤਿਹਾਸ ਦਾ ਜੋ ਆਪ ਜੀ ਨੇ ਕਈ ਵਾਰੀ ਸ਼ਾਇਦ ਸਰਵਣ ਕੀਤਾ, ਸਕੰਦ ਪੁਰਾਣ ਵਿੱਚ ਬੜਾ ਖੁੱਲ੍ਹਾ ਇਸ ਦਾ ਜ਼ਿਕਰ ਕੀਤਾ। ਔਰ ਹਾੜ ਸੁਦੀ 2 ਨੂੰ ਉੱਥੇ ਇੱਕ ਤੀਰਥ ਯਾਤਰਾ ਨਿਕਲਦੀ ਹੈ। ਉਸ ਤੀਰਥ ਯਾਤਰਾ ਦੇ ਵਿੱਚ 3 ਰਥ ਹੁੰਦੇ ਨੇ, ਇੱਕ ਕ੍ਰਿਸ਼ਨ ਜੀ ਦਾ, ਇੱਕ ਬਲਭੱਦਰ ਦਾ, ਇੱਕ ਭਦਰਾ ਦਾ, ਇੱਕ ਬਲਰਾਮ ਦਾ, ਇੱਕ ਭਦਰਾ ਦਾ। ਤਿੰਨਾਂ ਰਥਾਂ ਦਾ ਆਪਸ ਵਿੱਚ ਦੀ ਫਰਕ ਹੈ। ਇੱਕ 16 ਪਹੀਆਂ ਵਾਲਾ, ਇੱਕ 14 ਵਾਲਾ, ਇੱਕ 12 ਵਾਲਾ ਹੈ। ਇੱਕ ਦੀ ਉਚਾਈ 48 ਫੁੱਟ ਹੈ, ਇੱਕ ਦੀ 44 ਹੈ, ਇੱਕ ਦੀ 43 ਹੈ। ਤੇ ਉਸ ਥਾਂ ਦੇ ਉੱਤੇ ਇਹ ਪੰਡਿਆਂ ਦੇ ਵੱਲੋਂ ਸੰਗਤਾਂ ਦੇ ਵਿੱਚ, ਲੋਕਾਂ ਵਿੱਚ ਇੱਕ ਭਰਮ ਪੈਦਾ ਕੀਤਾ ਗਿਆ ਹੈ ਕਿ ਜਿਹੜਾ ਇਸ ਰੱਥ ਦੇ ਥੱਲੇ ਆ ਕੇ ਮਰ ਜਾਏ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਵੀ ਨੇ, ਸਿਰ ਕਰ ਵੱਤ ਧਰਾਏ। ਬਨਾਰਸ ਦੇ ਵਿੱਚ ਇੱਕ ਸ਼ਿਵ ਜੀ ਦਾ ਆਰਾ ਹੈ, ਕਹਿੰਦੇ ਉਹ ਸ਼ਿਵ ਜੀ ਦਾ ਆਰਾ ਸਿਰ ਤੇ ਧਰਵਾ ਲਓ ਤੇ ਕਹਿੰਦੇ ਮੁਕਤੀ ਮਿਲ ਜਾਂਦੀ ਹੈ। ਗੁਰਦੇਵ ਪਾਤਸ਼ਾਹ ਇਸ ਮਤ ਨੂੰ ਖੰਡਨ ਕਰਨ ਵਾਸਤੇ, ਉਪਦੇਸ਼ ਦੇਣ ਵਾਸਤੇ ਉਸ ਅਸਥਾਨ ਤੇ ਪਹੁੰਚੇ ਨੇ। ਕਲਯੁਗ ਨਾਮੇ ਪੰਡਾ ਗੁਰਦੇਵ ਦੀ ਹਜ਼ੂਰੀ ਵਿੱਚ ਆਇਆ। ਉਹਦੇ ਨਾਲ ਕੁਝ ਹੋਰ ਵੀ ਪੰਡੇ ਨੇ ਜਿਨ੍ਹਾਂ ਨੂੰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਗੁਰਮੁਖ ਦੀ ਬਖਸ਼ਿਸ਼ ਕੀਤੀ ਹੈ, ਗੁਰਮੁਖ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਉੱਥੇ ਸਤਿਗੁਰਾਂ ਦਾ ਮੰਗੂ ਮੱਠ ਅਸਥਾਨ ਹੈ। ਇੱਕ ਬੌਲੀ ਸਾਹਿਬ ਹੈ, ਬਹੁਤ ਸੁੰਦਰ ਮਿੱਠਾ ਤੇ ਠੰਡਾ ਜਲ ਹੈ ਉਸ ਬੌਲੀ ਦਾ। ਔਰ ਉਦਾਸੀ ਮਹਾਤਮਾ ਉੱਥੋਂ ਦੀ ਸੇਵਾ ਕਰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ, ਦਾਸ ਵੱਲੋਂ ਵੀ ਬੜਾ ਯਤਨ ਕੀਤਾ ਗਿਆ ਕਿ ਉਸ ਅਸਥਾਨ ਨੂੰ ਪ੍ਰਾਪਤ ਕਰਨ ਵਾਸਤੇ। ਉੜੀਸਾ ਦੇ ਵਿੱਚ ਇੱਕ ਸੰਗਤਾਂ ਦਾ ਉੱਥੇ ਟਰਸਟ ਵੀ ਬਣਿਆ ਹੋਇਆ। ਉੱਥੇ ਸਤਿਗੁਰਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਆਰਤੀ ਸਾਹਿਬ ਬਾਬਾ ਸ਼ਮਸ਼ੇਰ ਸਿੰਘ ਜੀ ਨੇ ਬੜਾ ਸੁੰਦਰ ਬਣਾਇਆ। ਔਰ ਕਿ ਮੈਂ ਬੇਨਤੀ ਕਰਾਂ, ਉੱਥੇ ਇੱਕ ਭਾਈ ਧਰਮ ਸਿੰਘ ਜੀ ਦੇ ਨਾਮ ਤੇ ਪਾਰਕ ਵੀ ਬਣਾਇਆ ਮਹਾਂਪੁਰਸ਼ਾਂ ਨੇ, ਬਹੁਤ ਸੁੰਦਰ ਪਾਰਕ। ਔਰ ਸਾਰੇ ਉੜੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ। ਬੜੀ ਮਹਾਨ ਸੇਵਾ ਹੈ। ਖੈਰ ਮੈਂ ਬੇਨਤੀ ਕਰ ਰਿਹਾ ਸੀ ਕਿ ਉਹਦੇ ਵਾਸਤੇ ਬੜਾ ਯਤਨ ਹੋ ਰਿਹਾ ਸੀ, ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਅਸੀਂ ਇੱਕ ਦੂਸਰੇ ਦਾ ਸਾਥ ਦੇਣ ਦੀ ਬਜਾਏ ਉਹਦੀਆਂ ਲੱਤਾਂ ਖਿੱਚਦੇ ਹਾਂ। ਇਸੇ ਕਰਕੇ ਗਿਆਨ ਗੋਦੜੀ ਵੀ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ, ਮੰਗੂ ਮੱਠ ਨਹੀਂ ਮਿਲ ਸਕਿਆ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਜਿਸ ਸਮੇਂ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਉਸ ਸਥਾਨ ਤੇ ਪਹੁੰਚੇ ਨੇ ਤੇ ਪੰਡੇ ਉਸ ਸਮੇਂ ਆਰਤੀ ਕਰ ਰਹੇ ਸੀ। ਤੇ ਆਪ ਜੀ ਜਾਣਦੇ ਹੋ, ਜਦੋਂ ਮੰਦਰਾਂ ਦੇ ਵਿੱਚ ਆਰਤੀ ਕੀਤੀ ਜਾਂਦੀ, ਦੀਵੇ ਜਗਾ ਕੇ, ਜੋਤਾਂ ਜਗਾ ਕੇ, ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤੇ ਖਲੋ ਕੇ ਉਹ ਮੂਰਤੀਆਂ ਦੇ ਸਾਹਮਣੇ ਸ਼ਬਦ ਗਾਇਨ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਉਸ ਆਰਤੀ ਵਿੱਚ ਖਲੋ ਕੇ ਸ਼ਾਮਲ ਨਹੀਂ ਹੋਏ। ਪੰਡਿਆਂ ਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਆਰਤੀ ਵਿੱਚ ਨਹੀਂ ਸ਼ਾਮਲ ਹੋਏ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਕਿ ਅਸੀਂ ਤੇ ਉਸ ਅਕਾਲ ਪੁਰਖ ਦੀ ਆਰਤੀ ਜੋ ਆਪਣੇ ਆਪ ਹੋ ਰਹੀ ਹੈ, ਉਸ ਆਰਤੀ ਦੇ ਵਿੱਚ ਸ਼ਾਮਲ ਹਾਂ। ਤੁਸੀਂ ਤੇ ਦਿਖਾਵੇ ਦੀ ਆਰਤੀ ਕਰ ਰਹੇ ਹੋ, ਅਸੀਂ ਨਿਰੰਕਾਰ ਦੀ ਆਰਤੀ ਦੇ ਵਿੱਚ ਜੁੜੇ ਹੋਏ ਹਾਂ। ਤੇ ਜੋ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਪੰਡਿਆਂ ਨੂੰ, ਔਰ ਸਾਨੂੰ ਵੀ ਬਖਸ਼ਿਸ਼ ਕਰ ਰਹੇ ਨੇ ਗੁਰਦੇਵ ਪਾਤਸ਼ਾਹ ਜੀ, ਉਹ ਗੁਰਦੇਵ ਪਾਤਸ਼ਾਹ ਨੇ ਅੱਜ ਰਹਿਮਤ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ। ਮੈਂ ਬੇਨਤੀ ਕਰਾਂ, ਬੜਾ ਸੁੰਦਰ ਪਾਠ ਆਪ ਜੀ ਨੇ ਸਰਵਣ ਕੀਤਾ ਸਿੰਘ ਸਾਹਿਬ ਦੀ ਰਸਨਾ ਤੋਂ।
ਗੁਰੂ ਕੇ ਪਾਠੀ ਸਾਹਿਬ ਜੀ ਤੋਂ ਵੀ ਬੜਾ ਪਿਆਰ ਵਿੱਚ ਉਹਨਾਂ ਨੇ ਬੜਾ ਸ਼ੁੱਧ ਪਾਠ ਕੀਤਾ ਹੈ। ਜਿਸ ਤਰ੍ਹਾਂ ਕੋਈ ਸਮੁੰਦਰ ਦੇ ਕਿਨਾਰੇ ਤੇ ਕੋਈ ਦਰਸ਼ਕ ਬੈਠੇ ਹੁੰਦੇ ਨੇ ਨਾ, ਉਹ ਦਰਸ਼ਕ ਸਮੁੰਦਰ ਦੇ ਕਿਨਾਰੇ ਤੇ ਦੇਖਦੇ ਨੇ ਸਮੁੰਦਰ ਦੀਆਂ ਲਹਿਰਾਂ ਨੇ, ਉਹ ਲਹਿਰਾਂ ਦੇ ਨਾਲ ਸਿੱਪੀਆਂ, ਘੋਗੇ, ਸ਼ੰਖ ਜਦੋਂ ਬਾਹਰ ਆਉਂਦੇ ਨੇ ਤੇ ਉਹਨਾਂ ਨੂੰ ਵੇਖ ਵੇਖ ਕੇ ਦਰਸ਼ਕ ਬੜੇ ਪ੍ਰਸੰਨ ਹੁੰਦੇ ਨੇ। ਪਰ ਉਹ ਭਲੇ ਇਹ ਨਹੀਂ ਸਮਝਦੇ ਕਿ ਇਸ ਸਮੁੰਦਰ ਦੇ ਅੰਦਰ ਬਹੁਤ ਹੀ ਕੀਮਤੀ ਰਤਨ, ਹੀਰੇ, ਜਵਾਹਰਾਤ ਆਦਿਕ ਹਨ। ਇਸੇ ਤਰ੍ਹਾਂ ਹੀ ਨਾ ਅਸੀਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਸੁੰਦਰ ਰੁਮਾਲੇ ਦੇਖ ਕੇ ਪ੍ਰਸੰਨ ਹੋ ਜਾਂਦੇ ਹਾਂ, ਸੁੰਦਰ ਫੁੱਲਾਂ ਦੇ ਗੁਲਦਸਤੇ ਦੇਖ ਕੇ ਆਨੰਦਿਤ ਹੁੰਦੇ ਹਾਂ, ਸੁੰਦਰ ਡੈਕੋਰੇਸ਼ਨ ਦੇਖ ਕੇ ਅਸੀਂ ਆਨੰਦਿਤ ਹੁੰਦੇ ਹਾਂ, ਸੁੰਦਰ ਗਲੀਚੇ ਦੇਖੇ ਦੇ ਵਿਸ਼ੇ ਦੇਖ ਕੇ ਆਨੰਦਿਤ ਹੁੰਦੇ ਹਾਂ। ਪਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਬਚਨ ਨੇ ਨਾ, ਹੀਰੇ ਰਤਨ ਲੁਭਾਉਣ ਵਾਲੀ ਬਚਨ ਬਾਲ ਲਾਲ ਜਵੇਹਰ ਮਾਨਕਾ ਗੁਰ ਭੰਡਾਰੇ ਸੋਏ, ਇਹ ਤੇ ਸਤਿਗੁਰੂ ਪਾਤਸ਼ਾਹ ਨੇ ਭੰਡਾਰਾ ਬਖਸ਼ਿਸ਼ ਕੀਤਾ ਸਾਨੂੰ। ਉਸ ਭੰਡਾਰੇ ਤੱਕ ਪਹੁੰਚਣ ਦਾ ਅਸੀਂ ਯਤਨ ਨਹੀਂ ਕਰਦੇ ਹਾਂ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਸਮਝਾਇਆ ਹੈ, ਪੇਖੈ ਬਿੰਜਨ ਪਰੋਸਨ ਹਾਰੇ, ਜਿਨ ਭੋਜਨ ਕੀਨੋ ਤੇ ਤ੍ਰਿਪਤਾਰੇ। ਬਿੰਜਨ ਕਹਿੰਦੇ ਨੇ ਭੋਜਨ ਨੂੰ, ਪਦਾਰਥਾਂ ਨੂੰ। ਕਹਿੰਦੇ ਪੇਖੈ ਬਿੰਜਨ ਪਰੋਸਨ ਹਾਰੇ, ਜਿਹੜੇ ਪਰੋਸਨ ਹਾਰੇ ਵਰਤਾਉਣ ਵਾਲੇ ਵਰਤਾਵੇ ਹੁੰਦੇ ਨੇ ਨਾ, ਜਿਹੜੇ ਸੰਗਤ ਦੇ ਵਿੱਚ ਪ੍ਰਸ਼ਾਦ ਵਰਤਾਉਂਦੇ ਨੇ, ਲੰਗਰ ਵਰਤਾਉਂਦੇ ਨੇ, ਅਨੇਕਾਂ ਪਦਾਰਥ ਹੁੰਦੇ ਨੇ, ਉਹਨਾਂ ਪਦਾਰਥਾਂ ਨੂੰ ਉਹ ਪਰੋਸਨ ਹਾਰੇ ਪਰੋਸਦੇ ਨੇ, ਵਰਤਾਉਂਦੇ ਨੇ, ਛਕਾਉਂਦੇ ਨੇ। ਉਹਨਾਂ ਪਦਾਰਥਾਂ ਨੂੰ ਦੇਖਦੇ ਵੀ ਨੇ ਕਿ ਬਹੁਤ ਸੁੰਦਰ ਪਦਾਰਥ ਬਣੇ ਨੇ, ਕੜਾਹ ਪ੍ਰਸ਼ਾਦ ਬਣਿਆ, ਖੀਰ ਬਣੀ ਹੈ, ਅਨੇਕ ਪ੍ਰਕਾਰ ਦੇ ਪਕਵਾਨ ਬਣੇ ਨੇ। ਉਹ ਕੇਵਲ ਦੇਖਦੇ ਨੇ ਤੇ ਪਰੋਸਦੇ ਨੇ, ਪਰ ਛਕਦੇ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਤੇ ਬਚਨ ਕਹਿੰਦੇ ਨੇ, ਤ੍ਰਿਪਤ ਤੇ ਉਹ ਹੋਣਗੇ ਜਿਨ੍ਹਾਂ ਨੇ ਉਹ ਭੋਜਨ ਛਕ ਲਿਆ, ਜਿਨ੍ਹਾਂ ਨੇ ਉਹ ਪਦਾਰਥ ਛਕੇ ਨੇ, ਉਹੀ ਤ੍ਰਿਪਤ ਹੋਣਗੇ। ਕੇਵਲ ਦੇਖਣ ਵਾਲੇ ਤੇ ਕੇਵਲ ਪਰੋਸਣ ਵਾਲੇ ਨਹੀਂ। ਸਿੰਘ ਸਾਹਿਬ ਜੀ ਨੇ ਨਾ ਮੂਲ ਉਪਾਹੇ ਗੁਰੂ ਸ਼ਬਦ ਦੇ ਆਰੰਭ ਵਿੱਚ ਅਲੰਕਾਰ ਵਿੱਚ ਬੜੇ ਸੁੰਦਰ ਸ਼ਬਦ ਪੜ੍ਹੇ ਨੇ, ਆਪ ਜੀ ਨੇ ਸਰਵਣ ਕੀਤੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕੜਛੀਆਂ ਫੇਰਨ ਸੁਭਾਉ ਨਾ ਜਾਣਨ ਸੁਣੀਆਂ। ਕੜਛੀ ਆਪ ਜੀ ਸਮਝਦੇ ਹੋ ਨਾ, ਜਿਹੜੀ ਪਦਾਰਥਾਂ ਦੇ ਵਿੱਚ ਫਿਰਦੀ ਹੈ, ਜਿਹਦੇ ਨਾਲ ਪਕਵਾਨ ਤਿਆਰ ਕਰਦੇ ਨੇ ਕਿ ਥੱਲੇ ਨਾ ਲੱਗ ਜਾਏ, ਕੱਚੀ ਨਾ ਰਹਿ ਜਾਏ, ਉਸ ਦੇ ਨਾਲ ਹਿਲਾ ਕੇ ਪਦਾਰਥਾਂ ਨੂੰ ਤਿਆਰ ਕਰੀਦਾ। ਕੜਛੀਆਂ ਪ੍ਰਸ਼ਾਦ ਵਿੱਚ, ਭੋਜਨ ਵਿੱਚ ਫਿਰਦੀਆਂ ਨੇ, ਪਰ ਸੁਆਓ ਨਾ ਜਾਣਨ ਸੁਣੀਆਂ। ਉਹਨਾਂ ਪਦਾਰਥਾਂ ਦਾ ਸਵਾਦ ਨਹੀਂ ਜਾਣਦੀਆਂ, ਉਹ ਸੁਣੀਆਂ ਨੇ, ਕਿਉਂਕਿ ਕੇਵਲ ਫਿਰਦੀਆਂ ਨੇ, ਉਹਨਾਂ ਨੇ ਛਕਿਆ ਨਹੀਂ ਹੈ। ਇਹੀ ਹਾਲਤ ਸਾਡੀ ਹੈ। ਪਹਿਲੇ ਤੇ ਗੱਲ ਹੈ ਕਿ ਅਸੀਂ ਸੁਣਦੇ ਨਹੀਂ ਹਾਂ, ਧਿਆਨ ਨਾਲ ਸੁਣਦੇ ਨਹੀਂ, ਸਾਡੀ ਸੁਣਨ ਵਿੱਚ ਬਿਰਤੀ ਨਹੀਂ ਲੱਗਦੀ ਹੈ। ਤੇ ਜਿਸ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਕਿੰਨਾ ਮਹਾਤਮ ਹੈ ਸੁਣਨ ਦਾ। ਤੇ ਸੁਣਨਾ ਵੀ ਇੱਕ ਭਗਤੀ ਹੈ। ਅਸੀਂ ਸੁਣਦੇ ਨਹੀਂ, ਤੇ ਜੇ ਅਸੀਂ ਸੁਣ ਲਈਏ ਨਾ, ਉਹਨੂੰ ਅਸੀਂ ਵਿਚਾਰਦੇ ਨਹੀਂ ਹਾਂ। ਤੇ ਜੇ ਵਿਚਾਰ ਗੋਚਰੀ ਆ ਜਾਏ, ਉਹਦੀ ਸਮਝ ਨਹੀਂ ਪੈਂਦੀ ਸਾਨੂੰ। ਤੇ ਜੇ ਪ੍ਰਮਾਤਮਾ ਗੁਰੂ ਕਿਰਪਾ ਕਰਦੇ, ਜਿਵੇਂ ਆਪ ਜੀ ਸੰਗਤ ਵਿੱਚ ਸੱਜ ਬੈਠੇ ਹੋ, ਸੰਗਤ ਵਿੱਚ ਬੈਠ ਕੇ ਉਸ ਨੂੰ ਸਮਝ ਲਈਏ, ਫਿਰ ਅਸੀਂ ਉਸ ਦਾ ਉਪਦੇਸ਼ ਨਹੀਂ ਮੰਨਦੇ ਹਾਂ। ਤੇ ਜੇ ਮੰਨ ਵੀ ਲਈਏ, ਸੁਣ ਵੀ ਲਈਏ, ਸਮਝ ਵੀ ਲਈਏ, ਤੇ ਖਿਮਾ ਕਰਨੀ, ਅਸੀਂ ਉਹਦੇ ਉੱਤੇ ਆਪਣੇ ਆਪ ਨੂੰ ਢਾਲਦੇ ਨਹੀਂ ਹਾਂ। ਆਪਣਾ ਆਜੀਵਨ ਉਸ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਅਸੀਂ ਬਣਾਉਂਦੇ ਹੀ ਨਹੀਂ ਹਾਂ। ਕਿਉਂਕਿ ਗੁਰੂ ਨੇ ਸਿਧਾਂਤ ਬਖਸ਼ਿਸ਼ ਕੀਤਾ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ।
ਇਸ ਦੇ ਸਿਧਾਂਤ ਨੂੰ ਪ੍ਰਚਾਰਨ ਤੇ ਪ੍ਰਸਾਰਨ ਵਾਸਤੇ ਬਹੁਤ ਸਾਰੀਆਂ ਮਲੋਕ ਜਿੰਦਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ। ਪਰ ਅਸੀਂ ਧਿਆਨ ਨਹੀਂ ਦਿੰਦੇ ਕਿ ਪਾਤਸ਼ਾਹ ਨੇ ਜਿਹੜਾ ਸਾਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜੋ ਨਿਧਾਨਾ ਖਜ਼ਾਨਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਸਾਨੂੰ ਸਮਝ ਨਹੀਂ ਆਉਂਦੀ ਖਜ਼ਾਨੇ ਦੀ, ਤਾਂ ਅਸੀਂ ਵਿਰਵੇ ਰਹਿ ਜਾਂਦੇ ਹਾਂ। ਕਿਉਂ ਰਹਿ ਜਾਂਦੇ ਹਾਂ? ਕਾਰਨ ਕੀ ਹੈ ਕਿ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰਦੇ ਨਹੀਂ, ਸਮਝਦੇ ਨਹੀਂ, ਪੜ੍ਹਦੇ ਨਹੀਂ। ਅਗਰ ਅਸੀਂ ਗੁਰਬਾਣੀ ਨੂੰ ਸ਼ੁੱਧ ਪੜ੍ਹ ਲਈਏ ਨਾ, ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੀ ਟਕਸਾਲ ਨੂੰ ਤੁਸੀਂ ਇਹ 4 ਚੁਫੇਰੇ ਹਰਿਆਵਲਤਾ ਦੀ ਸੇਵਾ ਬਖਸ਼ਿਸ਼ ਕੀਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹ ਬਚਨ ਕਿਹਾ ਕਰਦੇ ਸਨ, ਪਾਠ ਸ਼ੁੱਧ ਤੇ ਅਰਥ ਸ਼ੁੱਧ। ਅਰਥ ਸ਼ੁੱਧ, ਸ਼ੁੱਧ ਬੋਧ। ਕਹਿੰਦੇ ਜੇ ਪਾਠ ਸ਼ੁੱਧ ਹੈ ਤੇ ਅਰਥ ਆਪਣੇ ਆਪ ਸ਼ੁੱਧ ਹੋ ਜਾਏਗਾ। ਅਰਥ ਸ਼ੁੱਧ ਹੋਵੇਗਾ ਤੇ ਉਹਦੇ ਵਿੱਚੋਂ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਪਰ ਅਸੀਂ ਧਿਆਨ ਨਾਲ ਵਿਚਾਰਦੇ ਨਹੀਂ, ਪੜ੍ਹਦੇ ਨਹੀਂ, ਉਹਦੇ ਪਦ ਛੇਦ, ਉਹਦੇ ਸੰਧੀ ਛੇਦ ਨਹੀਂ ਕਰਦੇ, ਧਿਆਨ ਨਹੀਂ ਰੱਖਦੇ, ਵਿਸਰਾਮਾਂ ਦਾ ਉਚਾਰਨ ਦੇ ਵੱਲੇ ਧਿਆਨ ਨਹੀਂ ਰੱਖਦੇ। ਸਿਆਣੇ ਕਹਿੰਦੇ ਅਸਲ ਪਾਠੀ ਉਹ ਹੁੰਦਾ ਹੈ ਜਿਹੜਾ ਪਾਠ ਕਰਦਿਆਂ ਕਰਦਿਆਂ ਖੁਦ ਵੀ ਪਾਠ ਨੂੰ ਸੁਣੇ। ਤੇ ਜੇ ਉਹ ਪਾਠ ਸੁਣਦਾ ਹੀ ਨਹੀਂ, ਪੜ੍ਹੀ ਜਾਂਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਪਾਠ ਪੜ੍ਹੇ ਲੈ ਲੋਕ ਸੁਣਾਵੇ, ਕੇਵਲ ਇੱਥੋਂ ਤੱਕ ਸੀਮਤ ਰਹਿ ਜਾਂਦਾ ਹੈ। ਤੇ ਜੇ ਪਾਠ ਪੜ੍ਹੇ ਲੈ ਲੋਕ ਸੁਣਾਵੇ, ਲੋਕਾਂ ਨੂੰ ਹੀ ਸੁਣਾਉਣਾ ਹੈ, ਫਿਰ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ। ਕਿਉਂਕਿ ਬੁੱਧ ਪਾਠ ਨ ਪਾਈਏ ਬਹੁ ਚਤਰਾਈਏ, ਭਾਏ ਮਿਲੇ ਮਨ ਭਾਣੇ। ਆਪਣੀ ਬੁੱਧੀ ਨਾਲ ਆਪਣੀ ਚਤੁਰਾਈ ਨੂੰ ਦਿਖਾਈਏ, ਪਰ ਗੁਰੂ ਦੀ ਅਸੀਸ ਨਹੀਂ ਮਿਲਦੀ। ਇਸ ਕਰਕੇ ਜਦੋਂ ਵੀ ਨਿਤਨੇਮ ਕਰਨਾ ਹੈ, ਪਾਠ ਕਰਨਾ ਹੈ ਜਾਂ ਸਹਿਜ ਪਾਠ ਕਰਨਾ ਹੈ, ਤੇ ਪੜ੍ਹਨਾ ਵੀ ਹੈ ਤੇ ਸੁਣਨਾ ਵੀ ਹੈ। ਰਸਨਾ ਨਾਲ ਪੜ੍ਹਨਾ ਤੇ ਕੰਨਾਂ ਨਾਲ ਸੁਣਨਾ ਹੈ। ਇਸ ਲਈ ਜਦੋਂ ਅਸੀਂ ਪੜ੍ਹਾਂਗੇ ਤੇ ਸੁਣਾਂਗੇ ਨਾ, ਉਦੋਂ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੇ ਜਿਹੜੇ ਪਦਾਰਥ ਨੇ ਨਾ, ਜਿਹੜੇ ਸਤਿਗੁਰੂ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਜਿਹੜਾ ਗੁਰ ਸਾਗਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਰਤਨਾਂ ਦੇ ਨਾਲ ਭਰਪੂਰ ਹੈ, ਉਹ ਗੁਰੂ ਕੇ ਮੋਤੀ ਹੰਸ ਬਿਰਤੀ ਨੂੰ ਧਾਰਨ ਕਰਕੇ ਚੁਗਣੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਪਾਪ ਬਖਸ਼ਿਸ਼ ਕਰ ਰਹੇ ਨੇ। ਇਹ ਅੰਮ੍ਰਿਤ ਬਖਸ਼ਣ ਦੀ ਸਤਿਗੁਰੂ ਨੇ ਰਹਿਮਤ ਕੀਤੀ। ਜੋ ਰਾਗ ਧਨਾਸਰੀ ਹੈ, ਧਨਾਸਰੀ ਰਾਗਨੀ ਵੀ ਹੈ, ਪਰ ਸਤਿਗੁਰਾਂ ਨੇ ਸਰਲੇਖ ਦਿੱਤਾ ਰਾਗ, ਕਿ ਇਹ ਧਨਾਸਰੀ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਨੇ। ਗਗਨ ਮੈ ਥਾਲ, ਮੈਂ ਸ਼ਬਦ ਜਿਹੜਾ ਹੈ ਨਾ, ਇਸ ਨੂੰ ਬਿੰਦੀ ਦੇ ਸਹਿਤ ਨਹੀਂ ਉਚਾਰਨ ਕਰਨਾ। ਮੈਂ ਕਵਾਂਗੇ ਤੇ ਵਿੱਚ ਹੋ ਜਾਏਗਾ। ਜੇ ਮੈਂ ਸ਼ਬਦ ਦਲਾਈਆਂ ਲੱਗੀਆਂ ਹੋਈਆਂ ਨੇ, ਮੈਂ ਰੂਪ ਹੋ ਜਾਵੇ, ਜਿਸ ਤਰ੍ਹਾਂ ਮੰਮਾ ਤੇ ਯਈਆ ਕਹਿ ਲਓ। ਆਕਾਸ਼ ਰੂਪੀ ਥਾਲ ਹੈ, ਭਾਵ ਕਿ ਇਹ ਜਿਤਨਾ ਵੀ ਸਾਰਾ ਆਕਾਸ਼ ਹੈ ਨਾ, ਇਸ ਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਇਹ ਨਿਰੰਕਾਰ ਨੇ ਇੱਕ ਥਾਲ ਬਣਾਇਆ ਹੈ। ਆਕਾਸ਼ ਭਾਵ ਕਿ ਆਕਾਸ਼ ਪਤਾਰ ਜਿਤਨਾ ਵੀ ਹਨ, ਚੌਦਿਸ ਗਗਨ ਰਹਾਏ ਲੈ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਦਿਸ ਗਗਨ ਰਹਾਏ ਲੈ। ਇਹ 4 ਚੁਫੇਰਾ ਜਿਤਨਾ ਵੀ ਆਕਾਸ਼ ਹੈ, ਇੱਕ ਥਾਲ ਦਾ ਰੂਪ ਹੈ। ਆਕਾਸ਼ ਰੂਪੀ ਥਾਲ ਦੇ ਵਿੱਚ ਸੂਰਜ ਤੇ ਚੰਦਰਮਾ ਦੀਪਕ ਬਣੇ, ਇਹ ਦੀਵੇ ਬਣੇ ਹੋਏ ਨੇ। ਬਿਲਾਵਲ ਰਾਗ ਦੇ ਵਿੱਚ ਪੰਚਮ ਗੁਰਦੇਵ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ, ਕਹਿੰਦੇ ਨੇ ਦੋਏ ਦੀਵੇ 14 ਹਟ ਨਾਲੇ। ਕਹਿੰਦੇ 2 ਦੀਵੇ ਨੇ, ਚੰਦਰਮਾ ਤੇ ਆਕਾਸ਼। ਇਹ ਚੰਦਰਮਾ ਤੇ ਆਕਾਸ਼ ਅਪਾਹਿਗੁਰੂ, ਚੰਦਰਮਾ ਤੇ ਸੂਰਜ ਜਿਹੜਾ ਹੈ ਨਾ, ਇਹ ਉਸ ਆਕਾਸ਼ ਰੂਪੀ ਥਾਲ ਦੇ ਵਿੱਚ ਦੋਵੇਂ ਦੀਪਕ ਬਣੇ, ਦੀਵੇ ਬਣੇ ਹੋਏ ਨੇ।
ਤੇ ਉਹਨਾਂ ਦੇਵਿਆਂ ਦੇ ਵਿੱਚ ਨਾ ਇੱਕ ਜੋਤ ਵੀ ਲਾਈ ਜਾਂਦੀ ਹੈ ਜਿਹੜੀ ਵਿਚਕਾਰ ਰੱਖਦੇ ਨੇ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ, ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਇਹ ਜਿਤਨਾ ਵੀ ਸਾਰਾ ਤਾਰਿਕਾ ਮੰਡਲ ਹੈ ਨਾ, ਮੰਡਲ ਤੋਂ ਕਹਿੰਦੇ ਨੇ ਸਮੂਹ ਨੂੰ, ਜਿਤਨੇ ਵੀ ਸਾਰੇ ਤਾਰੇ ਨੇ ਉਹ ਆਕਾਸ਼ ਰੂਪੀ ਥਾਲ ਦੇ ਵਿੱਚ ਮੋਤੀ ਰੱਖੇ ਹੋਏ ਨੇ। ਮੋਤੀ ਆਦਿਕ ਜਿਹੜੇ ਨੇ ਉਹ ਆਕਾਸ਼ ਰੂਪੀ ਥਾਲ ਦੇ ਵਿੱਚ ਮੋਤੀ ਨੇ। ਇਹ ਤਾਰਾ ਮੰਡਲ ਸਮੂਹ ਜਿਤਨਾ ਹੈ, ਸੂਰਜ ਤੇ ਦੀਪਕ, ਇਹ ਦੋਵੇਂ ਸੂਰਜ ਤੇ ਚੰਦਰਮਾ ਦੀਪਕ ਬਣੇ ਹੋਏ ਨੇ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਫਿਰ ਉਸ ਦੇ ਵਿੱਚ ਧੂਪ ਵੀ ਰੱਖੀ ਜਾਂਦੀ, ਧੂਪ ਜਗਾਈ ਜਾਂਦੀ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨਿਰੰਕਾਰ ਵੱਲੋਂ ਆਪਣੇ ਆਪ ਹੀ ਧੂਪ ਹੋ ਰਹੀ ਹੈ। ਨਿਰੰਕਾਰ ਨੇ ਦੀਵੇ ਵੀ ਜਗਾਏ ਹੋਏ ਨੇ, ਮੋਤੀ ਵੀ ਰੱਖੇ ਹੋਏ ਨੇ, ਤੇ ਧੂਪ ਇੱਥੇ ਕਿਹੜੀ ਜਗਾਈ ਆ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਲ ਆਨ ਲੋ। ਇੱਕ ਮਲੈ ਨਾਮ ਪਰਬਤ ਹੈ ਜੇ ਭਾਰਤ ਦੇ ਦੱਖਣ ਦੇ ਵਿੱਚ ਇਹ ਖਾਸ ਕਰਕੇ ਪਾਇਆ ਜਾਂਦਾ ਹੈ। ਉਸ ਪਹਾੜ ਦੇ ਉੱਤੇ ਚੰਦਨ ਦੇ ਬੂਟੇ ਨੇ, ਤੇ ਚੰਦਨ ਦੇ ਬੂਟੇ ਨੇ ਜਦੋਂ ਹਵਾ ਚੱਲਦੀ ਹੈ, ਚੰਦਨ ਦੇ ਬੂਟਿਆਂ ਦੀ ਸੁਗੰਧੀ ਜਿਹੜੀ ਹੈ ਨਾ, ਉਹ ਵਾਤਾਵਰਨ ਨੂੰ ਮੁਅੱਤਰ ਕਰ ਦਿੰਦੀ ਆ, ਵਾਤਾਵਰਨ ਨੂੰ ਸ਼ੁੱਧ ਕਰ ਦਿੰਦੀ ਆ। ਇਹ ਧੂਪ ਆਪਾਂ ਕਾਹਦੇ ਵਾਸਤੇ ਜਗਾਉਂਦੇ ਆ? ਸ਼ੁੱਧਤਾ ਦੇ ਵਾਸਤੇ, ਸੁਗੰਧੀ ਦੇ ਵਾਸਤੇ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਮਲੈ ਪਰਬਤ ਤੋਂ ਜਿਹੜੀ ਸੁਗੰਧੀ ਵਾਲੀ ਹਵਾ ਆਉਂਦੀ ਹੈ ਨਾ, ਉਹੀ ਹਵਾ ਇਹ ਸਾਰੀ ਧੂਪ ਹੋ ਰਹੀ ਹੈ। ਸਗਲ ਬਨਰਾਏ ਫੂਲੰਤ ਜੋਤੀ। ਇਹ ਜਿਤਨੀ ਵੀ ਸਾਰੀ ਬਨਰਾਏ ਬਨਸਪਤੀ ਹੈ, ਜਿਤਨੇ ਪੇੜ ਪੌਦੇ ਨੇ, ਜਿਤਨੀਆਂ ਵੇਲਾਂ ਨੇ, ਅਨੇਕ ਪ੍ਰਕਾਰ ਦੇ ਫਲ ਫੁੱਲ ਨੇ, ਕੁਦਰਤ ਦੇ ਕੋਈ ਰੰਗਾਂ ਦਾ ਪਤਾ ਹੀ ਨਹੀਂ ਲੱਗਦਾ ਹੈ। ਇਸ ਕਰਕੇ ਵਿਸਮਾਦ ਕਿਹਾ ਕੁਦਰਤ ਨੂੰ, ਹੈਰਾਨ ਕਰਨ ਵਾਲੀ ਕੁਦਰਤ ਹੈ। ਇਸ ਤਰ੍ਹਾਂ ਦੇ ਫਲ ਨੇ, ਫੁੱਲ ਨੇ, ਬੂਟੇ ਨੇ, ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ। ਕੁਝ ਐਸੇ ਫੁੱਲ ਨੇ ਜਿਨ੍ਹਾਂ ਦੇ ਵਿੱਚ ਸੁਗੰਧੀ ਜਿਹੜੀ ਹੈ ਨਾਸਿਕਾਂ ਨੂੰ ਚਲੀ ਜਾਏ ਤੇ ਆਪਣਾ ਸਾਰਾ ਸਰੀਰ ਜਿਹੜਾ ਖੁੱਲ੍ਹ ਜਾਂਦਾ ਹੈ। ਕੁਝ ਐਸੇ ਨੇ ਜਿਨ੍ਹਾਂ ਵਿੱਚ ਐਸੀ ਸੁਗੰਧੀ ਜਿਹੜੀ ਉਹ ਜ਼ਹਿਰ ਦੀ ਭਰੀ ਹੋਈ ਹੈ, ਸੁੰਘਣ ਦੇ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ। ਇਸ ਕਰਕੇ ਜਦੋਂ ਤੁਸੀਂ ਜਾਂਦੇ ਹੋ ਨਾ ਇੱਧਰ ਪਹਾੜਾਂ ਦੇ ਵਿੱਚ, ਤੇ ਇੱਕ ਫੁੱਲਾਂ ਦੀ ਘਾਟੀ ਹੈ, ਉੱਥੇ ਇੱਕ ਨੋਟਿਸ ਲਾਇਆ ਹੋਇਆ, ਚੇਤਾਵਨੀ ਦਿੱਤੀ ਹੋਈ ਹੈ ਕਿ ਕਿਸੇ ਵੀ ਫੁੱਲ ਨੂੰ ਸੁੰਘਣਾ ਨਹੀਂ ਹੈ। ਪਤਾ ਨਹੀਂ ਕਿਹੜਾ ਫੁੱਲ, ਕੋਈ ਜ਼ਹਿਰੀਲਾ ਫੁੱਲ ਹੋਵੇ, ਪਰ ਮਾਲਕ ਸਤਿਗੁਰੂ ਪਾਤਸ਼ਾਹ ਕਹਿੰਦੇ ਬਨਰਾਏ ਫੂਲੰਤ ਜੋਤੀ। ਇਹ ਜਿਤਨੀ ਵੀ ਸਾਰੀ ਬਨਰਾਏ ਬਨਸਪਤੀ ਹੈ ਨਾ, ਇਹ ਫੁੱਲ ਰਹੀ ਹੈ, ਭਾਵ ਕਿ ਫੁੱਲਾਂ ਦੇ ਨਾਲ ਖਿੜੀ ਹੋਈ ਹੈ। ਚਾਰ ਚਫੇਰੇ ਫੁੱਲ ਖਿੜੇ ਹੋਏ ਨੇ, ਤੇ ਉਸ ਆਰਤੀ ਨਿਰੰਕਾਰ ਦੀ ਆਰਤੀ ਦੇ ਵਿੱਚ ਉਹ ਸਾਰੇ ਫੁੱਲ ਆਪਣੀ ਸੁਗੰਧੀ, ਆਪਣੀ ਸੁੰਦਰਤਾ, ਆਪਣਾ ਖਿੜਾਓ ਦੇ ਰਹੇ ਨੇ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਐ ਮੇਰੇ ਮਾਲਕ, ਐ ਮੇਰੇ ਸੁਆਮੀ ਸਤਿਗੁਰੂ ਪਾਤਸ਼ਾਹ, ਐ ਨਿਰੰਕਾਰ ਕੈਸੀ ਆਰਤੀ ਹੋਏ। ਇਹ ਕੈਸੀ ਆਰਤੀ ਹੋ ਰਹੀ ਹੈ, कैसी आनंददायक आरती है, कैसी कस्टर्ज आरती है। किहदी आरती है? किसी मनुख की आरती नहीं, या किसी दिखावे की आरती की गल नहीं करते। किहदी आरती की गल कहंदे हो? कहंदे भव खंडना। ऐ भव खंडन, भव खंडन दुख भंजन स्वामी भगत वत्सल निरंकारे। भव खंडन कहंदे ने, भव कहंदे जन्म नूं, जिहड़ा जन्म ते मरण दे भै नूं नाश करन वाला है। भाव कहंदे ने जिथे जन्म हुंदा है, आप जिवें पढ़दे हो ना,
ਪਟਨਾ ਸ਼ਹਿਰ ਵਿਖੇ ਭਵ ਲਿਓ। ਸਾਹਿਬੇ ਆਲਮ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਪ੍ਰਕਾਸ਼, ਜਿਨ੍ਹਾਂ ਦਾ ਜਨਮ ਪਟਨਾ ਸ਼ਹਿਰ ਦੇ ਵਿੱਚ ਹੋਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਜਨਮ ਤੇ ਮਰਨ ਦੇ ਭੈ ਨੂੰ ਨਾਸ ਕਰਨ ਵਾਲਾ ਹੈ। ਵਿਦਾਂਤ ਵਿੱਚ 6 ਪ੍ਰਕਾਰ ਦਾ ਭੈ ਮੰਨਿਆ। ਜਨਮ ਭੈ, ਮਰਨ ਭੈ, ਜਾਤ ਭੈ, ਭਾਵ ਕਿ ਜਾਤ ਭੈ, ਜਨਮ ਭੈ, ਮਰਨ ਭੈ, ਅਕਸ ਮਾਤਰ ਭੈ, ਸਰਦੀ ਤੇ ਗਰਮੀ ਦਾ ਭੈ। ਇਹ 6 ਪ੍ਰਕਾਰ ਦੇ ਭੈ ਮੰਨੇ ਨੇ ਤੇ ਇਹਨਾਂ ਨੂੰ ਕੱਟਣ ਵਾਲਾ ਨਿਰੰਕਾਰ ਪਰਮੇਸ਼ਰ ਹੈ। ਇਸ ਕਰਕੇ ਕਹਿੰਦੇ ਹੇ ਭਮਕੰਡਨਾ, ਹੇ ਨਿਰੰਕਾਰ ਪ੍ਰਭੂ, ਜੰਮਣ ਤੇ ਮਰਨ ਦੇ ਕੱਟਣ ਵਾਲੇ ਸਤਿਗੁਰੂ ਜੀ, ਤੇਰੀ ਆਰਤੀ, ਇਹ ਤੇਰੀ ਆਰਤੀ ਹੋ ਰਹੀ ਹੈ। ਹੇ ਨਿਰੰਕਾਰ, ਇਹ ਤੇਰੀ ਆਰਤੀ ਆਪਣੇ ਆਪ ਹੋ ਰਹੀ ਹੈ। ਆਪਣੇ ਆਪ ਹੀ ਦੀਵੇ ਜਗੇ ਹੋਏ ਨੇ, ਮੋਤੀ ਹੋਏ ਨੇ, ਫੁੱਲ ਖਿੜੇ ਹੋਏ ਨੇ, ਤਾਰਾ ਮੰਡਲ ਹੈ ਜਿਹੜਾ ਮੋਤੀਆਂ ਦਾ ਰੂਪ ਹੈ। ਅਣਹਤਾ ਸ਼ਬਦ ਵਜੰਤ ਭੇਰੀ। ਇਹ ਪੰਡਿਆਂ ਦੀ ਆਰਤੀ ਦੇ ਵਿੱਚ ਉਹ ਛੈਣੇ ਆਦਿਕ ਵਜਾਉਂਦੇ ਨੇ, ਨਫੀਰੀਆਂ ਵਜਾਉਂਦੇ ਨੇ, ਤੂਤੀਆਂ ਵਜਾਉਂਦੇ ਨੇ, ਤੰਤੀ ਸਾਜ਼ ਵਜਾਉਂਦੇ ਨੇ। ਤੇ ਮਹਾਰਾਜ ਇਸ ਆਰਤੀ ਵਿੱਚ ਕੀ ਵੱਜ ਰਿਹਾ ਹੈ? ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅਨਹਤਾ ਸ਼ਬਦ। ਇੱਕ ਆਹਤ ਸ਼ਬਦ ਹੁੰਦਾ ਹੈ, ਇੱਕ ਅਨਾਹਤ ਸ਼ਬਦ ਹੁੰਦਾ ਹੈ। ਆਹਤ ਸ਼ਬਦ ਉਸ ਨੂੰ ਕਹਿੰਦੇ ਨੇ ਦੋ ਚੀਜ਼ਾਂ ਦੇ ਟਕਰਾਓ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ। ਜਿਸ ਤਰ੍ਹਾਂ ਆਪਾਂ ਤਾੜੀ ਵਜਾਉਂਦੇ ਹਾਂ, ਜਿਸ ਤਰ੍ਹਾਂ ਡੱਫਾਂ ਵੱਜਦੀਆਂ ਨੇ, ਜਿਸ ਤਰ੍ਹਾਂ ਛੈਣੇ ਵੱਜਦੇ ਨੇ, ਇਹ ਦੋ ਚੀਜ਼ਾਂ ਦੇ ਟਕਰਾਓ ਵਿੱਚੋਂ ਨਿਕਲੀ ਆਵਾਜ਼ ਨੂੰ ਆਹਤ ਸ਼ਬਦ ਕਿਹਾ ਜਾਂਦਾ ਹੈ। ਇੱਕ ਹੈ ਅਨਾਹਤ ਸ਼ਬਦ, ਜਿਹੜਾ ਆਪਣੇ ਆਪ ਵੱਜਦਾ ਹੈ, ਉਸ ਨੂੰ ਕੋਈ ਵਜਾਉਣ ਵਾਲਾ ਨਹੀਂ ਹੈ, ਉਹ ਪਰਮੇਸ਼ਰ ਵੱਲੋਂ ਵੱਜਦਾ ਹੈ। ਇਸੇ ਕਰਕੇ ਜਿਹੜੇ ਆਤਮਿਕ ਗਿਆਨੀ ਨੇ ਨਾ, ਉਹਨਾਂ ਦੇ ਅੰਤਸਕਰਨ ਅੰਦਰ ਇੱਕ ਨਾਮ ਦੀ ਧੁਨੀ ਪੈਦਾ ਹੁੰਦੀ ਹੈ। ਨਾਮ ਦੀ ਧੁਨੀ ਵਿੱਚ ਐਸੇ ਸਾਜ਼ ਸੁਣਾਈ ਦਿੰਦੇ ਨੇ ਜਿਹੜੇ ਕਿਸੇ ਬਾਹਰਲੇ ਸਾਜ਼ਾਂ ਵਿੱਚੋਂ ਆਵਾਜ਼ ਹੀ ਨਹੀਂ ਐਸੀ ਨਿਕਲ ਸਕਦੀ। ਉਹ ਹੁੰਦੇ ਨੇ ਅਨਾਹਤ ਸ਼ਬਦ, ਆਪਣੇ ਆਪ ਵੱਜਣ ਵਾਲੇ ਵਾਜੇ। ਤੇ ਮੇਰੇ ਮਾਲਕ, ਇਹ ਜਿਹੜੇ ਤੇਰੇ ਅਨਾਹਤ ਸ਼ਬਦ ਨੇ ਨਾ, ਇਸ ਆਰਤੀ ਜਿਹੜੀ ਨਿਰੰਕਾਰ ਦੀ ਆਰਤੀ ਹੈ, ਇਹਦੇ ਵਿੱਚ ਨਫੀਰੀਆਂ ਆਦਿਕ ਵੱਜ ਰਹੀਆਂ ਹਨ। ਰਹਾਉ ਸੈਸ ਤਬ ਨੈਣ ਨਾਨ ਨੈਣ ਹੈ ਤੋ ਹੈ ਕੋ, ਸਹਸ ਮੂਰਤ ਨੰਨਾ ਏਕ ਤੋਹੀ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਸ਼ਬਦ ਦਾ ਸਿਧਾਂਤ ਤੇ ਸ਼ਬਦ ਦਾ ਭਾਵ ਕੇ ਇਹ ਧੁਰਾ ਕਹਿ ਲੋ, ਤਾਤ ਪਰਜ ਕਹਿ ਲੋ, ਰਹਾਉ ਦੀਆਂ ਪੰਕਤੀਆਂ ਜੋ ਆਪ ਸਰਵਣ ਕੀਤੀਆਂ ਨੇ। ਗੁਰੂ ਪਾਤਸ਼ਾਹ ਕਹਿੰਦੇ ਸਾਹਸ ਤਵ ਨੈਣ, ਇੱਕ ਨਿਰੰਕਾਰ ਸਰੂਪ ਹੈ, ਆਕਾਰ ਸਰੂਪ ਹੈ। ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਇੱਕ ਸੂਖਮ ਹੈ, ਇੱਕ ਸਥੂਲ ਸਰੂਪ ਹੈ। ਭਾਵ ਕਿ ਅਸੀਂ ਜਿਹੜੇ ਜੀਵ ਹਨ, ਅਸੀਂ ਰਜੋ ਤਮੋ ਤੇ ਸਤੋ 3 ਗੁਣ ਮਾਇਆ ਦੇ ਨੇ। ਇਹ ਜਿਹਦੇ ਵਿੱਚ 3 ਗੁਣ ਮਾਇਆ ਦੇ ਹੋਣ, ਉਹ ਸਰਗੁਣ ਹੁੰਦਾ ਹੈ, ਭਾਵ ਕਿ ਸਥੂਲ ਹੁੰਦਾ ਸਰੀਰ ਉਹਦਾ। ਤੇ ਜਿਹਦੇ ਵਿੱਚ ਰਜੋ ਤਮੋ ਸਤੋ ਗੁਣ ਨੇ, ਉਹ ਜਨਮਦਾ ਵੀ ਹੈ, ਮਰਨ ਦਾ ਵੀ ਹੈ, ਉਸ ਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਉਹ ਬੱਚਾ ਵੀ ਹੈ, ਉਹ ਬਜ਼ੁਰਗ ਵੀ ਹੁੰਦਾ ਹੈ, ਉਹ ਜੁਬਾ ਵੀ ਹੁੰਦਾ ਹੈ। ਕਿਉਂਕਿ ਉਹ ਮਾਇਆ ਦੇ ਪ੍ਰਭਾਵ ਦੇ ਥੱਲੇ, 3 ਗੁਣਾਂ ਦੇ ਪ੍ਰਭਾਵ ਦੇ ਥੱਲੇ ਹੈ। ਰਜਗੁਣ, ਸਤਗੁਣ, ਤਮ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਮਾਲਕ ਨੇ ਜਿਹੜੀ ਮਾਇਆ ਪੈਦਾ ਕੀਤੀ ਹੈ, ਰਜੋ ਤਮੋ ਸਤੋ ਗੁਣ ਨੇ ਜਿਹੜੇ 3 ਮਾਇਆ ਦੇ, ਜਿਹਦੇ ਵਿੱਚ ਹੋਣ ਉਹ ਹੈ ਸਥੂਲ ਸਰੂਪ ਵਾਲਾ, ਉਹ ਹੈ ਆਕਾਰ ਵਾਲਾ,
ਉਹ ਆਕਾਰ ਵਾਲਾ ਹੋਣ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਦਾ ਚੇਨ ਚੱਕਰ ਹੈ, ਉਹਦਾ ਰੂਪ ਰੰਗ ਹੈ, ਉਹਦਾ ਰੰਗ ਵੀ ਹੈ, ਉਹਦਾ ਚੇਨ ਚੱਕਰ ਵੀ ਹੈ। ਤੇ ਆਪ ਜੀ ਰੋਜ਼ਾਨਾ ਪੜ੍ਹਦੇ ਹੋ ਨਾ, ਜਦੋਂ ਨਿਤਨੇਮ ਦੀ ਦੂਸਰੀ ਬਾਣੀ ਆਪ ਜੀ ਪੜ੍ਹਦੇ ਹੋ ਜਾਪ ਸਾਹਿਬ, ਤੇ ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਐ ਮੇਰੇ ਮਾਲਕ ਪ੍ਰਭੂ, ਕੋਈ ਨਹੀਂ ਕਹਿ ਸਕਦਾ ਤੇਰਾ ਰੂਪ ਕੀ ਹੈ, ਤੇਰਾ ਰੰਗ ਕੀ ਹੈ, ਤੇਰੀ ਜਾਤ ਕੀ ਹੈ, ਤੇਰੀ ਪਾਤ ਕੀ ਹੈ, ਤੇਰਾ ਚੇਨ ਚੱਕਰ ਕੀ ਹੈ, ਤੇਰੇ ਅੱਖਾਂ ਦਾ ਰੰਗ ਕਿਹੋ ਜਿਹਾ, ਤੇਰੇ ਕੰਨ ਕਿਹੋ ਜਿਹੇ ਨੇ, ਇਹ ਕੋਈ ਨਹੀਂ ਕਹਿ ਸਕਦਾ, ਕਿਉਂਕਿ ਉਹ ਪਰਮਾਤਮਾ ਤਿੰਨਾਂ ਗੁਣਾਂ ਤੋਂ ਰਹਿਤ ਹੈ। ਇਹ ਜਿਹੜੇ ਅੰਮ੍ਰਿਤ ਬਚਨ ਨੇ ਨਾ, ਉਦੋਂ ਪੂਰਾ ਆਨੰਦ ਆਵੇਗਾ ਜਦੋਂ ਅਸੀਂ ਇਹਨਾਂ ਬਚਨਾਂ ਦੇ ਨਾਲ ਨਾਲ ਚੱਲਾਂਗੇ। ਜਿਵੇਂ ਆਪ ਜੀ ਕਈ ਵਾਰੀ ਨਾ ਆਪਣੇ ਘਰਾਂ ਵਿੱਚ ਕੋਈ ਸ਼ਾਦੀ ਆਦਿਕ ਹੁੰਦੀ ਹੈ, ਵਿਆਹ ਸਮਾਗਮ ਹੁੰਦਾ, ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ, ਉਹਦੀ ਤੁਸੀਂ ਮੂਵੀ ਬਣਾ ਲੈਂਦੇ ਹੋ, ਉਹਦੀ ਮੂਵੀ ਬਣਾ ਕੇ ਤੁਸੀਂ ਘਰ ਵਿੱਚ ਰੱਖ ਲੈਂਦੇ ਹੋ। ਤੇ ਘਰ ਵਿੱਚ ਰੱਖੀ ਹੋਈ ਮੂਵੀ ਤੁਸੀਂ 5 ਸਾਲ ਬਾਅਦ 10 ਸਾਲ ਬਾਅਦ ਜਦੋਂ ਉਸ ਮੂਵੀ ਨੂੰ ਦੇਖੋਗੇ ਨਾ, ਜਾਂ ਉਸ ਚਿੱਤਰਕਾਰੀ ਨੂੰ ਦੇਖੋਗੇ, ਤੇ ਜੋ ਜੋ ਉਸ ਸਮੇਂ ਘਟਨਾ ਘਟੀ, ਜੋ ਜੋ ਹੋਇਆ ਹੈ, ਜੋ ਰੰਗ ਤਮਾਸ਼ੇ ਤੁਸੀਂ ਕੀਤੇ, ਉਹ ਸਾਰੇ ਤੁਹਾਡੇ ਜ਼ਿਹਨ ਵਿੱਚ ਆਉਂਦੇ ਜਾਣਗੇ। ਉਹਨਾਂ ਦਾ ਰੂਪ ਤੁਹਾਡੀਆਂ ਅੱਖਾਂ ਦੇ ਅੱਗੇ ਆਉਂਦਾ ਜਾਏਗਾ। ਉਹ ਸੀਨ, ਉਹ ਫਿਲਮ ਤੁਹਾਡੇ ਜੀਵਨ ਵਿੱਚ ਨਾਲ ਦੀ ਨਾਲ ਚੱਲਦੀ ਜਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਾਂ ਤੇ ਸੁਣਾਂਗੇ ਨਾ, ਉਹ ਨਿਰੰਕਾਰ ਦਾ ਸਰੂਪ ਆਕਾਰ ਨਿਰਾਕਾਰ ਸਾਡੇ ਨੇਤਰਾਂ ਦੇ ਸਾਹਮਣੇ ਆਪਣੇ ਆਪ ਆਉਂਦਾ ਜਾਏਗਾ ਕਿ ਉਹ ਨਿਰੰਕਾਰ ਪ੍ਰਭੂ ਹੈ ਕੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਐ ਮੇਰੇ ਮਾਲਕ, ਸਰਗੁਣ ਸਰੂਪ ਕਰਕੇ ਸਾਹਸ ਤਵ ਨੈਣ, ਤੇਰੇ ਹਜ਼ਾਰਾਂ ਨੇਤਰ ਨੇ। ਕਿਉਂਕਿ ਇਹ ਜਿਤਨੇ ਵੀ ਨੇਤਰ ਨੇ ਨਾ ਸਾਡੇ, ਇਹਨਾਂ ਸਾਰਿਆਂ ਵਿੱਚ ਉਸ ਮਾਲਕ ਦੀ ਚੇਤਨ ਸੱਤਾ ਦੀ ਜੋਤ ਹੈ। ਤੇ ਜੇ ਉਹਦੀ ਜੋਤ ਨਾ ਹੋਵੇ ਤੇ ਨੇਤਰ ਤੇ ਹਨ ਪਰ ਦੇਖ ਨਹੀਂ ਸਕਣਗੇ, ਕਿਉਂਕਿ ਜੋਤ ਹੀ ਨਿਕਲ ਗਈ ਉਹਦੀ। ਇਸ ਕਰਕੇ ਜਿਤਨੇ ਨੇਤਰ ਨੇ, ਐ ਮੇਰੇ ਮਾਲਕ, ਸਾਰੇ ਨੇਤਰ ਤੇਰੇ ਹੀ ਨੇ। ਸਾਹਸ ਤਵ ਨੈਣ ਪਰ ਨਨ ਨੈਣ ਹੈ ਤੋਹੇ ਕੋ। ਪਰ ਤੇਰਾ ਇੱਕ ਵੀ ਨੇਤਰ ਨਹੀਂ ਹੈ, ਕਿਉਂਕਿ ਤੂੰ ਨਿਰਗੁਣ ਸਰੂਪ ਹੈ। ਇਸੇ ਲਈ ਸਾਹਿਬ ਕਹਿੰਦੇ, ਸਰਗੁਣ ਸਰੂਪ ਹੋ ਕੇ ਨਿਰਗੁਣ ਸਰੂਪ ਹੋ, ਨਿਰਗੁਣ ਸਰੂਪ ਹੋ ਕੇ ਸਰਗੁਣ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਮਾਲਕਾ, ਤੇਰਾ ਪਤਾ ਹੀ ਨਹੀਂ ਲੱਗਦਾ। ਕਦੇ ਤੂੰ ਨਿਰਗੁਣ ਸਰੂਪ ਹੁੰਨਾ, ਕਦੇ ਤੂੰ ਸਰਗੁਣ ਸਰੂਪ ਹੁੰਨਾ, ਕਦੇ ਤੂੰ ਭਿਖਾਰੀ ਬਣ ਜਾਣਾ, ਕਦੇ ਤੂੰ ਦਾਤਾ ਬਣ ਜਾਣਾ, ਕਦੇ ਦੇਣ ਵਾਲਾ ਬਣਦਾ ਹੈ, ਕਦੇ ਲੈਣ ਵਾਲਾ ਬਣਦਾ ਹੈ। ਉਹ ਸਾਰਿਆਂ ਵਿੱਚ ਕਿਉਂਕਿ ਰਮਿਆ ਹੋਇਆ, ਉਹ ਸਾਰਿਆਂ ਦੇ ਵਿੱਚ ਉਸ ਦੀ ਚੇਤਨ ਸੱਤਾ ਦੀ ਜੋਤ ਹੈ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇਸ ਕਰਕੇ ਨਿਰਗੁਣ ਸਰੂਪ ਕਰਕੇ ਤੇਰਾ ਕੋਈ ਵੀ ਨੇਤਰ ਨਹੀਂ ਹੈ। ਸਰਗੁਣ ਸਰੂਪ ਕਰਕੇ ਹਜ਼ਾਰਾਂ ਜਿਤਨੇ ਨੇਤਰ ਨੇ ਦੁਨੀਆ ਦੇ, ਉਹ ਸਾਰੇ ਤੇਰੇ ਨੇ। ਨਿਰਗੁਣ ਸਰੂਪ ਕਰਕੇ ਤੇਰਾ ਕੋਈ ਵੀ ਨੇਤਰ ਨਹੀਂ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਅੱਗੇ ਪੜੋ ਜੀ। सहस तव नैन नन नैन है तो है को, सहस मूरत नन्ना एक तो ही। ਇਹ ਸਾਹਸ ਮੂਰਤ, ਇਹ ਹਜ਼ਾਰਾਂ ਜਿਹੜੇ ਸਰੂਪ ਨੇ, ਇਹ ਮੂਰਤ ਤੋਂ ਭਾਵ ਆਪਾਂ ਸਰੀਰ ਦੇਖਦੇ ਹਾਂ, ਇਹ ਜਿਤਨੀ ਵੀ ਰਚਨਾ ਦੇਖਦੇ ਹਾਂ, ਇਉਂ ਕਹਿ ਲਓ ਕਿ 84 ਲੱਖ ਜੂਨ ਦੀ ਜਿਤਨੀ ਰਚਨਾ ਹੈ, ਚਾਹੇ ਉਹ ਪਸ਼ੂ ਨੇ, ਪੰਛੀ ਨੇ, ਜੀਵ ਨੇ, ਜੰਤੂ ਨੇ, ਬਨਸਪਤੀ ਹੈ, ਇੱਥੋਂ ਤੱਕ ਕਿ ਵਿਦਵਾਨਾਂ ਨੇ ਪਹਾੜ ਵਿੱਚ ਵੀ ਜੀਵਨ ਲਿਖਿਆ ਹੋਇਆ। ਪਹਾੜਾਂ ਵਿੱਚ ਵੀ ਕਹਿੰਦੇ ਜੀਵਨ ਹੈ, ਪਹਾੜਾਂ ਦਾ ਵੀ ਜੀਵਨ ਹੈ। ਪਹਾੜ ਵੀ ਬੱਚੇ ਹੁੰਦੇ ਨੇ,
ਫਿਰ ਜਵਾਨ ਹੁੰਦੇ ਨੇ, ਫਿਰ ਬਜ਼ੁਰਗ ਹੁੰਦੇ ਨੇ, ਤੇ ਜਦੋਂ ਪਹਾੜ ਬਿਰਧ ਹੋ ਜਾਂਦੇ ਨੇ ਨਾ, ਫਿਰ ਇਹਨਾਂ ਦੀ ਰੇਤ ਬਣਦੀ ਹੈ। ਰੇਤ ਬਣ ਕੇ ਫਿਰ ਇਹਦੇ ਵਿੱਚ ਬਨਸਪਤੀ ਪੈਦਾ ਹੁੰਦੀ ਹੈ। ਬਹੁਤ ਲੰਮੀ ਇਹ ਚਰਚਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਜਿਤਨੇ ਆਕਾਰ ਨੇ, ਜਿਤਨੇ ਸਰੂਪ ਨੇ, ਜਿਤਨੀਆਂ ਮੂਰਤੀਆਂ ਨੇ ਜੀਵਾਂ ਦੀਆਂ, ਉਹਨਾਂ ਵਿੱਚ ਸਾਰੀਆਂ ਵਿੱਚ ਤੂੰ ਹੀ ਤੇ ਵਸਦਾ ਹੈ। ਉਹ ਸਾਰਿਆਂ ਵਿੱਚ ਤੂੰ ਹੀ ਤੇ ਹੈ, ਕਿਉਂਕਿ ਉਹ ਮਾਲਕ ਜ਼ਰਰੇ ਜ਼ਰਰੇ ਵਿੱਚ ਵਸਿਆ ਹੋਇਆ, ਰਗੋ ਰੇਸ਼ੇ ਦੇ ਵਿੱਚ ਵਸਿਆ ਹੋਇਆ, ਕਣ ਕਣ ਦੇ ਵਿੱਚ ਉਸ ਮਾਲਕ ਦਾ ਵਾਸਾ ਹੈ। ਤੇ ਜਿਹੜਾ ਕਣ ਕਣ ਦੇ ਵਿੱਚ ਵਸਣ ਵਾਲਾ ਹੈ ਉਹ ਹਰ ਜਗ੍ਹਾ ਦੇ ਉੱਤੇ ਹੈ। ਉਹ ਸੈਲ ਪੱਥਰ ਮੈਂ ਜੰਤ ਉਪਾਏ, ਉੱਤੇ ਪੱਥਰਾਂ ਵਿੱਚ ਵੀ ਮਾਲਕ ਪੈਦਾ ਹੈ, ਪੱਥਰਾਂ ਵਿੱਚ ਵੀ ਜੀਵ ਪੈਦਾ ਕੀਤੇ ਨੇ, ਤੇ ਜਿਹੜਾ ਜੀਵ ਪੈਦਾ ਕੀਤਾ ਹੈ ਉਹਦੇ ਵਿੱਚ ਪਰਮਾਤਮਾ ਆਪ ਹੈ। ਇਸ ਕਰਕੇ ਹਜ਼ਾਰਾਂ ਮੂਰਤੀਆਂ ਤੇਰੀਆਂ ਮੂਰਤੀਆਂ ਨੇ, ਪਰ ਨਿਰਗੁਣ ਸਰੂਪ ਕਰਕੇ ਤੇਰਾ ਇੱਕ ਵੀ ਸਰੂਪ ਨਹੀਂ ਹੈ। ਨਿਰਗੁਣ ਸਰੂਪ ਕਰਕੇ ਤੇਰੀ ਇੱਕ ਵੀ ਮੂਰਤੀ ਨਹੀਂ ਹੈ, ਕਿਉਂਕਿ ਨਾ ਤਿਸ ਮਾਏ ਨਾ ਬਾਪ ਕਿਨ ਤੂੰ ਜਾਇਆ। ਕਿਹਨੇ ਪੈਦਾ ਕੀਤਾ ਤੈਨੂੰ? ਨਾ ਤੇਰੀ ਕੋਈ ਮਾਤਾ ਹੈ ਨਾ ਪਿਤਾ ਹੈ, ਤੂੰ ਤੇ ਸਵੈਭੰ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਏਕ ਕੁਆਵੇ ਤੇ ਸਭ ਹੋਵਾ ਦੀ ਬਖਸ਼ਿਸ਼ ਕੀਤੀ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੀ ਇੱਕ ਵੀ ਮੂਰਤੀ ਨਹੀਂ। ਜਦੋਂ ਤੂੰ ਨਿਰਗੁਣ ਸਰੂਪ ਨੂੰ ਧਾਰਨ ਕਰਦਾ ਹੈ, ਸਰਗੁਣ ਸਰੂਪ ਕਰਕੇ ਸਾਰਾ ਆਕਾਰ ਹੀ ਤੇਰਾ ਆਕਾਰ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਹ ਜਹ ਪੇਖੋਂ ਤੈ ਹਜ਼ੂਰ ਦੂਰ ਕਤੋ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਜੈ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਤੇ ਭਾਈ ਨੰਦ ਲਾਲ ਜੀ ਕਹਿੰਦੇ ਹਰ ਜਾ ਸਾਈ ਜ਼ਾਹਰ ਦਿਸਦਾ ਖੁੱਲੇ ਕਰ ਦੀਦਾਰੇ, ਮੇਰੇ ਪਿਆਰੇ ਨਾ ਤਿਸ ਵਿੱਚ ਕੋਈ ਘੁੰਮਣ ਘੇਰੀ, ਨਾ ਹੀ ਨਦੀ ਕਿਨਾਰੇ ਨਹੀਂ ਅੰਧਾਰੇ ਮੇਰੇ ਪਿਆਰੇ। ਉਹ ਤੇ ਹਰ ਥਾਂ ਦੇ ਉੱਤੇ ਹੈ, ਹਰ ਜਗ੍ਹਾ ਦੇ ਉੱਤੇ ਹੈ, ਕਿਉਂਕਿ ਉਹ ਇੱਕ ਦੇਸੀ ਨਹੀਂ ਹੈ, ਇੱਕ ਥਾਂ ਤੇ ਰਹਿਣ ਵਾਲਾ ਨਹੀਂ ਹੈ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਸਰੀਰ ਨਾਲ ਨਹੀਂ ਜੋੜਿਆ, ਸਾਨੂੰ ਸ਼ਬਦ ਦੇ ਨਾਲ ਜੋੜਿਆ, ਤੇ ਸ਼ਬਦ ਦੇ ਨਾਲ ਜੁੜਨ ਵਾਲਾ ਮਾਲਕ ਦੇ ਨਾਲ ਜੁੜ ਜਾਂਦਾ ਹੈ। ਭਾਈ ਸੋਮੇ ਸ਼ਾਹ ਜੀ ਗੁਰੂ ਰਾਮਦਾਸ ਜੀ ਦੀ ਅੰਸ਼ ਬੰਸ, ਗੁਰੂ ਰਾਮਦਾਸ ਦੀ ਬਖਸ਼ਿਸ਼ ਦੇ ਪਾਤਰ ਸ਼ਾਹ ਜੀ ਬੈਠੇ ਨੇ, ਗੁਰੂ ਦੇ ਨਾਲ ਜੋੜਦੇ ਨੇ ਸੰਗਤਾਂ ਨੂੰ, ਸਮਾਗਮ ਕਰਵਾ ਕੇ, ਕੀਰਤਨ ਕਰਵਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ, ਕਿਉਂਕਿ ਅਸੀਂ ਸ਼ਬਦ ਨਾਲ ਜੁੜਨਾ ਹੈ, ਤੇ ਸ਼ਬਦ ਨਾਲ ਜੁੜ ਕੇ ਹੀ ਸਾਡਾ ਜੀਵਨ ਜਿਹੜਾ ਇਹ ਸਫਲ ਹੋਣਾ ਹੈ। ਇਸ ਲਈ ਜਦੋਂ ਅਸੀਂ ਸ਼ਬਦ ਨਾਲ ਜੁੜਾਂਗੇ ਤੇ ਹਰ ਵਿੱਚੋਂ ਹੀ ਸਾਨੂੰ ਗੁਰੂ ਦੇ ਦੀਦਾਰ ਹੋਣਗੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਜਗ੍ਹਾ ਦੇ ਉੱਤੇ ਗੋਬਿੰਦ ਪਰਮੇਸ਼ਰ ਹੈ, ਪਰਮੇਸ਼ਰ ਤੋਂ ਬਿਨਾ ਕੋਈ ਹੈ ਹੀ ਨਹੀਂ। ਇਸ ਲਈ ਖੱਤਰੀ ਬ੍ਰਾਹਮਣ ਸ਼ੂਦ ਵੈਸ ਇਹ ਸਾਰੇ ਉਸੇ ਦਾ ਤੇ ਰੂਪ ਨੇ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਜਿਤਨੀਆਂ ਵੀ ਕੌਮਾਂ ਨੇ ਸਾਰੀਆਂ ਵਿੱਚ ਨਿਰੰਕਾਰ ਤੇ ਇੱਕ ਹੀ ਹੈ ਨਾ। ਇਸੇ ਲਈ ਤੇ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਇਹ ਟਕੋਰ ਕੀਤੀ ਸੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਿ ਤੇਰੀਆਂ ਨਸਾਂ ਵਿੱਚ ਦੁੱਧ ਚੱਲਦਾ ਤੇ ਸਾਡੇ ਲਹੂ ਚੱਲਦਾ। ਜਿਹੜਾ ਸਾਡੀਆਂ ਨਸਾਂ ਵਿੱਚ ਲਹੂ ਹੈ ਉਹੀ ਤੇਰੀਆਂ ਵਿੱਚ ਹੈ। ਕੁਦਰਤ ਦੇ ਅਨੁਸਾਰ ਜਿਵੇਂ ਤੈਨੂੰ ਜਨਮ ਮਿਲਿਆ ਉਸੇ ਸਾਰਾ ਸਾਨੂੰ ਮਿਲਿਆ। ਵੀ ਅਸੀਂ ਸ਼ੂਦਰ ਕਿਵੇਂ ਹੋ ਗਏ ਤੇ ਤੂੰ ਬ੍ਰਾਹਮਣ ਕਿਵੇਂ ਹੋਇਆ? ਕਿਉਂਕਿ ਸਾਰਿਆਂ ਵਿੱਚ ਹੀ ਇੱਕ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਕਿ ਸਰੀਤ। ਕਿਸੇ ਪਰਾਏ ਦਾ ਬੁਰਾ ਨਾ ਚਿਤਵੋ,
ਜੇ ਤੁਸੀਂ ਕਿਸੇ ਦਾ ਬੁਰਾ ਚਿਤਕੋ ਤੇ ਉਹਦੇ ਅੰਦਰ ਬੈਠਾ ਹੋਇਆ। ਫਰੀਦ ਜੀ ਕਹਿੰਦੇ, ਫਰੀਦਾ ਹਿਆਓ ਨ ਠਾਹੇ ਕਹੀਂ ਦਾ, ਕਿਸੇ ਦਾ ਹਿਰਦਾ ਨਾ ਦੁਖਾ, ਕਿਉਂਕਿ ਹਰ ਕੇ ਹਿਰਦੇ ਵਿੱਚ ਮਾਲਕ ਬੈਠਾ ਹੋਇਆ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੇ ਤਾਹੇ, ਖਲਕ ਖਾਲਕ ਕੀ ਜਾਣ ਕੇ, ਖਲਕ ਦੁਖਾਵੇ ਨਾਹੀਂ। ਨੰਦ ਲਾਲ ਜੀ ਕਹਿੰਦੇ ਨੇ, ਜਦੋਂ ਖਲਕ ਦੁਖਦੀ ਹੈ ਨਾ, ਖਲਕਤ ਦੁਖਦੀ ਹੈ, ਤੇ ਖਲਕਤ ਦਾ ਮਾਲਕ ਖਾਲਕ, ਖਾਲਕ ਪਰਮਾਤਮਾ ਪਰਮੇਸ਼ਰ ਦੁਖੀ ਹੋ ਜਾਂਦਾ ਹੈ। ਇਸ ਕਰਕੇ ਉਸ ਮਾਲਕ ਦੀ ਖਲਕਤ ਜਾਣ ਕੇ ਕਿਸੇ ਦੇ ਮਨ ਨੂੰ ਨਾ ਦਿਖਾਉਣਾ ਕਰ। ਹੋ ਸਕੇ ਤੇ ਕਿਸੇ ਦੇ ਮਰਮ ਜ਼ਰੂਰ ਲਾ, ਹੋ ਸਕੇ ਕਿਸੇ ਹੱਸਦੇ ਨੂੰ ਜ਼ਰੂਰ, ਰੋਂਦੇ ਨੂੰ ਜ਼ਰੂਰ ਹਸਾ, ਪਰ ਕਿਸੇ ਨੂੰ ਰਵਾ ਨਾ, ਕਿਸੇ ਨੂੰ ਦੁਖੀ ਨਾ ਕਰ, ਕਿਸੇ ਦਾ ਅੱਗ ਨਾ ਮਾਰ, ਕਿਸੇ ਦੇ ਨਾਲ ਧੋਖਾ ਨਾ ਕਰ। ਉਹ ਧੋਖਾ ਤੂੰ ਆਪਣੇ ਆਪ ਨਾਲ ਕਰ ਰਿਹਾ, ਕਿਉਂਕਿ ਤੇਰੇ ਵਿੱਚ ਵੀ ਉਹ ਹੈ ਤੇ ਉਹਦੇ ਵਿੱਚ ਵੀ ਉਹ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਨਿਰੰਕਾਰ ਸਰੂਪ ਪ੍ਰਭੂ ਤੇਰੀ ਇੱਕ ਵੀ ਮੂਰਤ ਨਹੀਂ ਹੈ। ਸਹਸ ਪਦ ਬਿਮਲ ਨਾਨ, ਏਕ ਪਦ ਗੰਧ ਬਿਨ, ਸਹਸ ਤਵ ਗੰਧ ਏਵ ਚਲਤ ਮੋਹੀ। ਐ ਮੇਰੇ ਮਾਲਕ ਪ੍ਰਭੂ, ਸਾਹਸ ਪਦ ਬਿਮਲ, ਬਿਮਲ ਕਹਿੰਦੇ ਮਲ ਤੋਂ ਰਹਿਤ, ਜਿਹਦੇ ਵਿੱਚ ਕੋਈ ਮੈਲ ਨਹੀਂ, ਨਾ ਮਲ ਬਖਸ਼ੇਪ ਅਵਰਣਤਾ ਦੀ ਕੋਈ ਮੈਲ ਨਹੀਂ ਹੈ। ਇਹ ਹਜ਼ਾਰਾਂ ਨਿਰਮਲ ਜਿਹੜੇ ਪਦ ਚਰਨ ਨੇ ਨਾ, ਇਹ ਹਜ਼ਾਰਾਂ ਨਿਰਮਲ ਚਰਨ ਮਾਲਕ ਤੇਰੇ ਹੀ ਚਰਨ ਨੇ, ਕਿਉਂਕਿ ਤੂੰ ਤੇ ਸਾਰਿਆਂ ਵਿੱਚ ਹੈ ਨਾ। ਤੇ ਜਦੋਂ ਸਾਰਿਆਂ ਵਿੱਚ ਹੈ ਤੂੰ, ਤੇ ਹਰ ਵਿੱਚੋਂ ਮਾਲਕ ਨੂੰ ਦੇਖਣਾ ਚਾਹੀਦਾ। ਕਿਸੇ ਦੇ ਸਰੀਰ ਨੂੰ ਨਾ ਤੱਕੋ, ਕਿਸੇ ਦੀ ਜਾਤ ਨੂੰ ਨਾ ਤੱਕੋ, ਕਿਸੇ ਦੀ ਪਾਤ ਨੂੰ ਨਾ ਤੱਕੋ, ਉਹਦੇ ਵਿੱਚ ਬੈਠੇ ਭਗਵਾਨ ਨੂੰ ਤੱਕੋ, ਉਹਦੇ ਵਿੱਚ ਬੈਠੇ ਨਿਰੰਕਾਰ ਨੂੰ ਤੱਕੋ। ਅਸ਼ਟਾਵਕਰ ਨੇ ਰਾਜਾ ਜਨਕ ਦੀ ਸਭਾ ਵਿੱਚ ਇਹੀ ਬਚਨ ਕਿਹਾ ਸੀ। ਜਦੋਂ ਅਸ਼ਟਾਵਕਰ ਨੂੰ ਉੱਠਿਆ ਰਾਜੇ ਜਨਕ ਨੂੰ ਉਪਦੇਸ਼ ਦੇਣ ਵਾਸਤੇ, ਤੇ ਬ੍ਰਾਹਮਣਾਂ ਦੀ ਸਭਾ ਖਿੜਖੜਾ ਕੇ ਹੱਸ ਪਈ, ਤੇ ਅਸ਼ਟਾਵਕਰ ਕਹਿਣ ਲੱਗੇ, ਰਾਜਨ ਇਹ ਚੁਮਾਰਾਂ ਦੀ ਸਭਾ ਕਾਹਦੇ ਵਾਸਤੇ ਬੁਲਾਈ ਹੈ? ਪੰਡਤਾਂ ਨੂੰ ਚੁਮਾਰ ਕਹਿ ਦਿੱਤਾ, ਇਹ ਤੇ ਭਾਂਬੜ ਬਲਣਾ ਹੀ ਸੀ। ਨਿਰੁੱਤਰ ਹੋ ਗਏ ਜਦੋਂ ਉਹਨਾਂ ਨੇ ਕਿਹਾ। ਅਸ਼ਟਾਵਕਰ ਜੀ ਨੇ, ਸਰੀਰ ਵਿੱਚ 8 ਵਲ ਪੈਂਦੇ ਸੀ ਅਸ਼ਟਾਵਕਰ ਰਿਸ਼ੀ ਦੇ। ਕਹਿੰਦੇ ਇਹਨੇ ਨੇ ਮੇਰਾ ਸਰੀਰ ਦੇਖਿਆ, ਇਹਨਾਂ ਨੇ ਮੇਰਾ ਰੰਗ ਦੇਖਿਆ, ਇਹਨਾਂ ਨੇ ਮੇਰੇ ਸਰੀਰ ਦਾ ਰੰਗ ਢੰਗ ਦੇਖਿਆ, ਪਰ ਮੇਰੇ ਸਰੀਰ ਵਿੱਚ ਜਿਹੜਾ ਅੰਤਰ ਬੈਠਾ ਹੈ ਉਹਦੇ ਵਿੱਚ ਤੇ ਕੋਈ ਵਲ ਨਹੀਂ ਨਾ, ਉਹਦਾ ਤੇ ਕੋਈ ਰੂਪ ਰੰਗ ਨਹੀਂ ਹੈ। ਉਹ ਤੇ ਇਹਨਾਂ ਵਿੱਚ ਵੀ ਹੈ ਤੇ ਮੇਰੇ ਵਿੱਚ ਵੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਸਾਰੇ ਨਿਰਮਲ ਚਰਨ ਤੇਰੇ ਹੀ ਤੇ ਚਰਨ ਨੇ, ਪਰ ਮਾਲਕ ਜਦੋਂ ਤੂੰ ਨਿਰਗੁਣ ਸਰੂਪ ਨੂੰ ਧਾਰਨ ਕਰਦਾ ਹੈ ਨਾ, ਫਿਰ ਤੇਰਾ ਕੋਈ ਵੀ ਚਰਨ ਨਹੀਂ ਹੈ, ਕਿਉਂਕਿ ਤੇਰਾ ਆਕਾਰ ਹੀ ਨਹੀਂ ਹੈ। ਤੂੰ ਤੇ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਕੇ ਮੇਰੇ ਪ੍ਰਭੂ ਸਤਿਗੁਰੂ ਜੀ, ਨਾਨ ਏਕ ਪਦ, ਤੇਰਾ ਇੱਕ ਵੀ ਪਦ ਨਹੀਂ ਹੈ ਗੰਧ ਬਿਨ, ਤੇ ਨਾ ਹੀ ਤੇਰਾ ਕੋਈ ਨੱਕ ਹੈ। ਗੰਧ ਤੋਂ ਭਾਵ ਹੈ ਸੁਗੰਧੀ, ਤੇ ਸੁਗੰਧੀ ਜਿਹੜੀ ਹੈ ਨਾ, ਇਹ ਸਾਡੀ ਚਮੜੀ ਨਹੀਂ ਲੈ ਸਕਦੀ। ਸੁਗੰਧੀ ਸਾਡੇ ਹੱਥ ਨਹੀਂ, ਸਾਡੇ ਪੈਰ ਨਹੀਂ, ਸਾਡੀਆਂ ਨਾਸਕਾਂ ਸੁਗੰਧੀ ਨੂੰ ਅਨੁਭਵ ਕਰਦੀਆਂ ਨੇ। ਇਸ ਕਰਕੇ 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ। 5 ਗਿਆਨ ਇੰਦਰੀਆਂ ਵਿੱਚੋਂ ਨਾਸਕਾਂ ਜਿਹੜੀਆਂ ਨੇ ਨਾ, ਨੱਕ ਸਾਡਾ ਇਹ ਗਿਆਨ ਇੰਦਰਾ ਹੈ। ਇਹ ਸੁਗੰਧੀ ਨੂੰ ਅਨੁਭਵ ਕਰਦਾ ਹੈ। ਤੁਸੀਂ ਕਿਸੇ ਫੁੱਲ ਦੇ ਪਾਸ ਚਲੇ ਜਾਓ, ਤੁਸੀਂ ਕੋਈ ਪਦਾਰਥ ਵੀ ਛਕਣ ਲੱਗੋਗੇ ਨਾ, ਉਹਦਾ ਜਿਹੜੀ ਸੁਗੰਧੀ ਹੈ ਉਹ ਤੁਹਾਨੂੰ ਦੱਸ ਦੇਵੇਗੀ ਕਿ ਪਦਾਰਥ ਕੈਸਾ ਹੈ। ਜਦੋਂ ਬਹੁਤਾ ਸੁੰਦਰ ਪਕਵਾਨ ਬਣਿਆ ਹੋਵੇ ਨਾ, ਉਹਦੀ ਸੁਗੰਧੀ ਲੈ ਕੇ ਅਸੀਂ ਕਹਿ ਦਿੰਦੇ ਆਹ ਆਨੰਦ ਆ ਗਿਆ।
ਬਹੁਤ ਸਵਾਦਿਸ਼ਟ ਭੋਜਨ ਤਿਆਰ ਹੋਇਆ। ਇਸ ਕਰਕੇ ਦਾਤਾਰ ਕਹਿੰਦੇ ਗੰਧ ਬਿਨ ਐ ਮੇਰੇ ਪ੍ਰਭੂ ਤੇਰਾ ਕੋਈ ਨੱਕ ਨਹੀਂ ਹੈ, ਤੂੰ ਨੱਕ ਤੋਂ ਬਿਨਾ ਹੈ। ਸਾਹਸ ਤਵ ਗੰਧ, ਪਰ ਜਿਹੜੇ ਹਜ਼ਾਰਾਂ ਨੱਕ ਨੇ ਤੇਰੇ ਬਣਾਏ ਹੋਏ ਜੀਵਾਂ ਦੇ, ਇਹ ਤੇਰੀ ਰਚਨਾ ਦੇ, ਇਹ ਹਜ਼ਾਰਾਂ ਨੱਕ ਤੇਰੇ ਹੀ ਤੇ ਨੱਕ ਨੇ। ਤੂੰ ਹੀ ਇਹਨਾਂ ਦੇ ਰਾਹੀਂ ਸੁਗੰਧੀ ਲੈ ਰਿਹਾ ਹੈ, ਤੂੰ ਹੀ ਇਹਨਾਂ ਸਾਰਿਆਂ ਦੇ ਵਿੱਚ ਆਪ ਵਸਿਆ ਹੋਇਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹ ਵੀ ਚਲਤ ਮੋਹੀ, ਇਹ ਜਿਹੜੇ ਤੇਰੇ ਚਲਤ ਨੇ ਨਾ, ਚਰਿੱਤਰ ਨੇ, ਇਹ ਤੇਰੀ ਜਿਹੜੀ ਰਚਨਾ ਹੈ, ਇਹ ਮੈਨੂੰ ਮੋਹੀ ਮੋਹ ਰਹੀ ਹੈ। ਤੇਰੀ ਰਚਨਾ ਨੇ ਮੈਨੂੰ ਮੋਹ ਲਿਆ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਕਿਉਂਕਿ ਇਹ ਮੇਰੇ ਮਾਲਕ ਪ੍ਰਭੂ ਸਾਰਿਆਂ ਵਿੱਚ ਤੇਰੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤੇਰੀ ਸਾਰਿਆਂ ਵਿੱਚ ਜੋਤ ਹੈ ਤੇ ਸਾਰਿਆਂ ਦੀ ਜੋਤ ਤੇਰੇ ਵਿੱਚ ਓਤ ਪੋਤ ਹੈ। ਤਾਣੇ ਤੇ ਪੇਟੇ ਵਾਂਗੂ ਤੂੰ ਸਾਰਿਆਂ ਵਿੱਚ ਰਚਿਆ ਹੋਇਆ, ਸਾਰਿਆਂ ਵਿੱਚ ਤੇਰਾ ਹੀ ਸਰੂਪ ਹੈ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਤਿਸ ਤੇਰੀ ਜੋਤ ਦੇ, ਉਸ ਤੇਰੀ ਜੋਤ ਦੇ ਕਾਰਨ ਸਾਰਿਆਂ ਵਿੱਚ ਚਾਨਣ ਪ੍ਰਕਾਸ਼ ਹੋ ਰਿਹਾ। ਤੂੰ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੋ ਰਿਹਾ, ਤੂੰ ਸਾਰਿਆਂ ਦੇ ਵਿੱਚ ਵਸਿਆ ਹੋਇਆ। ਤੇ ਇਸ ਕਰਕੇ ਉਸ ਤੇਰੇ ਪ੍ਰਕਾਸ਼ ਕਰਕੇ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਤੇਰਾ ਪ੍ਰਕਾਸ਼ ਹੈ, ਸਾਰਿਆਂ ਵਿੱਚ ਤੂੰ ਵਸਿਆ ਹੋਇਆ। ਗੁਰ ਸਾਖੀ ਜੋਤ ਪ੍ਰਗਟ ਹੋਏ, ਪਰ ਇਹ ਸਮਝ, ਇਹ ਸੋਝੀ ਗੁਰ ਸਾਖੀ, ਗੁਰ ਸਾਖੀ ਹੋਵੇ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਉਪਦੇਸ਼ ਦੇ ਰਾਹੀਂ ਇਹ ਤੇਰੀ ਜੋਤ ਜਿਹੜੀ ਹੈ ਨਾ, ਇਹ ਪ੍ਰਗਟ ਹੋਏ ਦਾ ਸਭ ਆਪਣੇ ਸਮਝ ਪੈਂਦੀ ਹੈ। ਤੇਰੀ ਸਿੱਖਿਆ ਲੈ ਕੇ ਹੀ ਇਹ ਨਿਸ਼ਚੇ ਵਿੱਚ ਹੁੰਦਾ ਹੈ ਕਿ ਤੂੰ ਸਾਰਿਆਂ ਵਿੱਚ ਵਸਿਆ ਹੋਏ। ਤੇ ਜੇ ਉਹਦੀ ਸਿੱਖਿਆ ਨਾ ਲਈਏ, ਉਹਦਾ ਉਪਦੇਸ਼ ਨਾ ਗ੍ਰਹਿਣ ਕਰੀਏ, ਸਾਨੂੰ ਫਿਰ ਦਿਸਦਾ ਹੈ ਕਿ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਅਮੀਰ ਹੈ, ਗਰੀਬ ਹੈ, ਫਲਾਣਾ ਹੈ, ਢਿਮਕਾ ਹੈ, ਕਿਉਂਕਿ ਉਪਦੇਸ਼ ਨਹੀਂ। ਤੇ ਜੇ ਅਸੀਂ ਉਪਦੇਸ਼ ਸੁਣਿਆ ਗੁਰੂ ਦਾ, ਗੁਰੂ ਉਪਦੇਸ਼ ਸੁਣਿਆ ਹਰ ਕੰਨੀ, ਤੇ ਫਿਰ ਸਾਰਿਆਂ ਦੇ ਵਿੱਚ ਮਾਲਕ ਦਿਸਦਾ ਹੈ, ਫਿਰ ਸਾਰੇ ਉਸੇ ਦਾ ਸਰੂਪ ਦਿਸਦੇ ਨੇ। ਜੋ ਤਿਸ ਭਾਵੈ ਸੋ ਆਰਤੀ ਹੋਏ, ਇਸ ਲਈ ਐ ਮੇਰੇ ਮਾਲਕ ਪ੍ਰਭੂ ਜੋ ਤਿਸ ਭਾਵੈ, ਜੋ ਤਿਸ ਭਾਵੈ ਤੈਨੂੰ ਭਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੇਰੇ ਭਾਣੇ ਦੇ ਵਿੱਚ ਹੈ, ਜੋ ਤੇਰੇ ਹੁਕਮ ਦੇ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੋ ਤਿਸ ਭਾਵੈ ਸੋ ਆਰਤੀ ਹੋਏ, ਉਹ ਆਰਤੀ ਹੈ ਜੋ ਤੇਰੇ ਭਾਣੇ ਦੇ ਵਿੱਚ ਹੈ, ਜੋ ਤੈਨੂੰ ਚੰਗੀ ਲੱਗਦੀ ਹੈ, ਤੇਰੇ ਹੁਕਮ ਦੇ ਵਿੱਚ ਹੈ। ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨ ਦਿਨ ਮੋਹਿ ਆਹੀ ਪਿਆਸਾ। ਐ ਮੇਰੇ ਮਾਲਕ ਮੇਰੇ ਪ੍ਰਭੂ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ, ਮਨੋ ਮਾਨੋ ਕਿ ਇਹ ਜਿਹੜੀ ਫੁੱਲਾਂ ਦੀ ਮਕਰੰਦ, ਜਿਹੜਾ ਫੁੱਲਾਂ ਦੇ ਅੰਦਰ ਹੁੰਦਾ ਹੈ ਨਾ ਮਕਰੰਦ, ਜਿਸ ਨੂੰ ਪਰਾਗ ਕੇਸਰ ਵੀ ਕਿਹਾ ਜਾਂਦਾ ਹੈ, ਫੁੱਲਾਂ ਦੀ ਧੂੜੀ ਵੀ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਐ ਮੇਰੇ ਮਾਲਕ ਤੇਰੇ ਕਮਲ ਸ਼ਰੀਖੇ ਚਰਨ ਰੂਪੀ ਫੁੱਲ, ਉਹਨਾਂ ਦੀ ਜਿਹੜੀ ਧੂੜੀ ਮਕਰੰਦ ਹੈ, ਇਹ ਮੇਰੇ ਮਨ ਨੂੰ ਲੁਭਾਏ ਮਾਨ ਕਰ ਰਹੀ ਹੈ। ਮੇਰਾ ਮਨ ਉਸ ਦੇ ਵਾਸਤੇ ਲੋਭੀ ਹੋ ਰਿਹਾ ਹੈ, ਮੇਰਾ ਮਨ ਤੇਰੇ ਚਰਨਾਂ ਕਮਲਾਂ ਦੀ ਧੂੜੀ ਨੂੰ ਲੋਚ ਰਿਹਾ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਂ ਤੇ ਤੇਰਾ ਨਾਏ ਵਾਸਾ। ਕਾਦੇ ਵਾਸਤੇ ਮਨ ਲੁਭਾਏ ਮਾਨ ਹੋਏ, ਮਨ ਕੀ ਚਾਹੁੰਦਾ ਹੈ? ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ। ਐ ਮੇਰੇ ਮਾਲਕ ਹੈ ਨਾਨਕ, ਸੇਵਕ ਰੂਪੀ ਪਪੀਹੇ ਨੂੰ,
ਪਪੀਹੇ ਰੂਪੀ ਸੇਵਕ ਨੂੰ, ਦਾਸ ਨੂੰ ਆਪਣੀ ਕਿਰਪਾ ਦਾ ਜਲ ਬਖਸ਼ਿਸ਼ ਕਰਦੇ ਹੋ। ਕਿਉਂਕਿ ਜਦੋਂ ਨਾਮ ਦੀ ਪਿਆਸ ਲੱਗਦੀ ਹੈ ਨਾ, ਫਿਰ ਨਾਮ ਦੀ ਪਿਆਸ ਬੁਝਾਉਣ ਵਾਸਤੇ ਪ੍ਰਭੂ ਦੇ ਨਾਮ ਰੂਪੀ ਜਲ ਦੀ ਲੋੜ ਪੈਂਦੀ ਹੈ। ਇਸ ਕਰਕੇ ਆਪਣੀ ਕਿਰਪਾ ਰੂਪੀ ਜਲ ਇਸ ਪਪੀਹੇ ਰੂਪੀ ਸੇਵਕ ਨੂੰ, ਦਾਸ ਨੂੰ ਬਖਸ਼ਿਸ਼ ਕਰੋ। ਕਾਦੇ ਲਈ? ਕਹਿੰਦੇ ਹੋਏ ਜਾਂ ਤੇ ਤੇਰੇ ਨਾਏ ਵਸ, ਜਿਸ ਕਰਕੇ ਤੇਰੇ ਨਾਮ ਦੇ ਵਿੱਚ ਵਾਸ ਹੋ ਜਾਏ, ਤੇਰਾ ਨਾਮ ਹਿਰਦੇ ਵਿੱਚ ਵਸ ਜਾਏ। ਰੋਮ ਰੋਮ ਕਰਕੇ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਏ ਤੇ 8 ਪੈਰ ਪ੍ਰਭੂ ਪਰਮੇਸ਼ਰ ਦਾ ਨਾਮ ਜਪਦਾ ਰਹਾਂ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਜੋ ਦਾਸ ਨੇ ਬੇਨਤੀ ਕੀਤੀ ਕਿ ਧਿਆਨ ਵਿੱਚ ਸੁਣਨ ਪੜਨ ਕਰਕੇ ਹੀ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਗੁਰੂ ਉਪਦੇਸ਼ ਹਿਰਦੇ ਵਿੱਚ ਵਸਾਉਣਾ। ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਨ, ਸਮੂਹ ਸਟਾਫ ਦਾ ਦਾਸ ਰੋਮ ਰੋਮ ਕਰਕੇ ਧੰਨਵਾਦੀ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਗੁਰੂ ਕੀ ਸੰਗਤ ਦੇ, ਗੁਰੂ ਦੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ। ਪਿਆਰ ਵਿੱਚ ਭਿੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।